ਅੱਜ ਤੁਹਾਨੂੰ ਅਸੀਂ ਇਹ ਗੋਲ ਚੱਕਰ ਅਸੀਂ ਇੱਕ ਬਣਾਇਆ ਹੋਇਆ, ਤੁਸੀਂ ਦੇਖ ਸਕਦੇ ਹੋ ਕਿ ਇਹ ਗੋਲ ਚੱਕਰ ਅਸੀਂ ਬਣਾਇਆ ਹੈ। ਇਸ ਗੋਲ ਚੱਕਰ ਦੇ ਜ਼ਰੀਏ ਅਸੀਂ ਤੁਹਾਨੂੰ 142 ਸਾਲਾਂ ਦੀ ਫਿਲਮ ਹੈ ਜਿਹੜੀ ਉਹ ਇਤਿਹਾਸ ਦੀ ਚਲਾ ਕੇ ਦਿਖਾਵਾਂਗੇ। ਤੁਸੀਂ ਇਸ ਵੀਡੀਓ ਦੇ ਨਾਲ ਪੂਰੇ ਤਰੀਕੇ ਨਾਲ ਬਣੇ ਰਹਿਣਾ। 142 ਸਾਲ 1869 ਦੇ ਵਿੱਚ ਦੁਨੀਆ ਦੀ ਜਿਹੜੀ ਪਹਿਲਾ ਪੋਸਟਲ ਕਾਰਡ ਆਸਟ੍ਰੇਲੀਅਨ ਗਵਰਨਮੈਂਟ ਨੇ ਬਣਾਇਆ ਸੀ, ਉਸ ਤੋਂ 10 ਸਾਲ ਬਾਅਦ ਜਿਹੜਾ ਇਹ ਇੱਥੇ ਸਾਡੇ ਇੰਡੀਆ ਦੇ ਵਿੱਚ ਸ਼ੁਰੂ ਹੋਇਆ। ਔਰ ਉਦੋਂ ਵਿਕਟੋਰੀਆ ਕੁਈਨ ਦਾ ਦੌਰ ਸੀਗਾ ਜਿਹਨੂੰ ਮਲਕਾ ਵਿਕਟੋਰੀਆ ਕਹਿੰਦੇ ਨੇ, ਤੇ ਉਸ ਟਾਈਮ ਪਹਿਲਾ ਪੋਸਟ ਕਾਰਡ ਆਇਆ ਔਰ ਉਸ ਪੋਸਟ ਕਾਰਡ ਦੀ ਜਿਹੜੀ ਵੈਲਿਊ ਉਸ ਟਾਈਮ ਰੱਖੀ ਗਈ ਸੀ 1 ਕੁਆਟਰ ਆਨਾ, ਯਾਨੀ ਕਿ 1 ਪੈਸਾ। ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਵਿਕਟੋਰੀਆ ਦੀ ਜਿਹੜੀ ਫੋਟੋ ਵੀ ਹੈਗੀ ਹੈ, ਸਟੰਪ ਹੈਗੀ ਹੈ, ਉਹ ਵੀ ਲੱਗੀ ਇਸ ਦੇ ਉੱਤੇ ਦਿਖਾਈ ਦਿੰਦੀ ਹੈ ਕਿ ਉਹ ਲੋਕ ਜਿਨ੍ਹਾਂ ਦੀਆਂ ਕਈ ਨਸਲਾਂ ਜਿਹੜੀਆਂ ਹੁਣ ਤੱਕ ਬਦਲ ਗਈਆਂ ਹੋਣਗੀਆਂ। ਮੈਨੂੰ ਲੱਗਦਾ ਹੈ ਕਿ ਇਹ ਇੱਕ ਇਤਿਹਾਸਿਕ ਜਿਹੜਾ ਉਹ ਸੁਨੇਹਾ ਹੈ। ਸੋ ਕੁੱਲ ਮਿਲਾ ਕੇ ਪੰਜਾਬ ਦਾ ਜਿਹੜਾ ਦਬਦਬਾ ਹੈਗਾ, ਬਾਗੀ ਸੁਭਾਅ ਹੈਗਾ, ਉਹਦੇ ਤੋਂ ਪੁਰਾਣੇ ਅੰਗਰੇਜ਼ ਵੀ ਵਾਕਿਫ ਸੀ। ਬਿਲਕੁਲ ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅਜੋਕੇ ਵੇਲੇ ਕਿਸੇ ਨੂੰ ਸੁਨੇਹਾ ਦੇਣਾ ਬੜਾ ਸੌਖਾ ਹੈ। ਇੱਕ ਘੰਟੀ ਮਾਰੋ ਤੇ ਹਜ਼ਾਰਾਂ ਮੀਲ ਦੂਰ ਅਸੀਂ ਕਿਸੇ ਨੂੰ ਕੋਈ ਵੀ ਸੁਨੇਹਾ ਦੇ ਸਕਦੇ ਹਾਂ। ਪਰ ਕੋਈ ਵੇਲਾ ਅਜਿਹਾ ਸੀ ਜਦੋਂ ਕਿਸੇ ਨੂੰ ਸੁਨੇਹਾ ਦੇਣਾ ਅਜੋਕੇ ਵੇਲੇ ਜੇਕਰ ਅਸੀਂ ਕਹਿ ਲਈਏ ਕਿ ਚੰਨ ਉੱਤੇ ਕੋਈ ਸੁਨੇਹਾ ਪਹੁੰਚਾਉਣ ਦੇ ਬਰਾਬਰ ਹੈ, ਤਾਂ ਇਸ ਦੇ ਵਿੱਚ ਕੋਈ ਅਤੀ ਕਥਨੀ ਜਿਹੜੀ ਉਹ ਨਹੀਂ ਹੋਵੇਗੀ। ਅੱਜ ਤੁਹਾਨੂੰ ਅਸੀਂ ਇਹ ਗੋਲ ਚੱਕਰ ਅਸੀਂ ਇੱਕ ਬਣਾਇਆ ਹੋਇਆ, ਤੁਸੀਂ ਦੇਖ ਸਕਦੇ ਹੋ ਕਿ ਇਹ ਗੋਲ ਚੱਕਰ ਅਸੀਂ ਬਣਾਇਆ ਹੈ। ਇਸ ਗੋਲ ਚੱਕਰ ਦੇ ਜ਼ਰੀਏ ਅਸੀਂ ਤੁਹਾਨੂੰ 142 ਸਾਲਾਂ ਦੀ ਫਿਲਮ ਹੈ ਜਿਹੜੀ ਉਹ ਇਤਿਹਾਸ ਦੀ ਚਲਾ ਕੇ ਦਿਖਾਵਾਂਗੇ। ਤੁਸੀਂ ਇਸ ਵੀਡੀਓ ਦੇ ਨਾਲ ਪੂਰੇ ਤਰੀਕੇ ਨਾਲ ਬਣੇ ਰਹਿਣਾ। ਉਹ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ 142 ਸਾਲ ਦੀ ਜਿਹੜੀ ਫਿਲਮ ਹੈਗੀ ਹੈ, 142 ਸਾਲ ਪਿੱਛੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਇਹ ਉਹ ਤਸਵੀਰਾਂ ਨੇ। ਤੁਹਾਨੂੰ ਹਲਕੀ ਜਿਹੀ ਜਿਹੜੀ ਸ਼ੁਰੂਆਤ ਕਰਕੇ ਦੱਸ ਦਿੰਦਾ, ਇਹ ਪਟਿਆਲਾ ਰਿਆਸਤ ਦੇ ਉਹ ਅਨਮੁੱਲੇ ਗਹਿਣੇ ਨੇ ਜੋ ਅਜੋਕੇ ਵੇਲੇ ਜੇਕਰ ਕੋਈ ਇਹਦੀ ਕੀਮਤ ਪਾਉਣਾ ਚਾਹੇ ਤਾਂ ਲੱਖਾਂ ਦੇ ਵਿੱਚ ਹੈ। ਨਾਭਾ ਰਿਆਸਤ ਦੇ ਨਾਲ ਹੀ ਗਹਿਣੇ ਪਏ ਨੇ। ਇਸੇ ਤਰੀਕੇ ਨਾਲ ਹੋਰ ਵੱਡਮੁੱਲੇ ਰਿਆਸਤਾਂ ਦੇ ਵੱਡਮੁੱਲੇ ਗਹਿਣੇ ਨੇ, ਜਿਸ ਗਹਿਣੇ ਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਅੰਗਰੇਜ਼ਾਂ ਦੀਆਂ, ਜਿਸ ਗਹਿਣੇ ਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਜਿਹੜਾ ਬ੍ਰਿਟਿਸ਼ ਰਾਜ ਦੀਆਂ, ਔਰ ਜਿਸ ਗਹਿਣੇ ਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਸਾਡੇ 142 ਸਾਲ ਪੁਰਾਣੇ ਇਤਿਹਾਸ ਦੀਆਂ। ਸੋ ਸਾਡੇ ਨਾਲ ਜਿਹੜੇ ਅੱਜ ਸ਼ੇਖ ਇਫਤਖਾਰ ਹੁਸੈਨ ਨੇ, ਜਿਹੜੇ ਕਿ ਬੜੇ ਸੀਨੀਅਰ ਹਿਸਟੋਰੀਅਨ ਨੇ। ਇਹ ਸਾਰੀ ਕਲੈਕਸ਼ਨ ਹੈ ਜਿਹੜੀ ਇਹ ਗਹਿਣਿਆਂ ਦੀ, ਅਸੀਂ ਪੋਸਟਲ ਕਾਰਡ ਇਹਨੂੰ ਇਸ ਕਰਕੇ ਨਹੀਂ ਕਹਿ ਰਹੇ ਕਿਉਂਕਿ ਇਸ ਵੇਲੇ ਪੋਸਟਲ ਕਾਰਡ ਨਹੀਂ, ਇਸ ਵੇਲੇ ਗਹਿਣੇ ਨੇ। ਮੈਂ ਠੀਕ ਕਹਿ ਰਿਹਾ ਜੀ? ਕੁਛ ਹੱਦ ਤੱਕ ਠੀਕ ਹੈ ਜੀ। ਤੇ ਇਫਤਖਾਰ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਪੋਸਟਲ ਕਾਰਡ ਨੇ ਜਿਹੜੇ 142 ਸਾਲ 1869 ਦੇ ਵਿੱਚ ਦੁਨੀਆ ਦੀ ਜਿਹੜੀ ਪਹਿਲਾ ਪੋਸਟਲ ਕਾਰਡ ਆਸਟ੍ਰੇਲੀਅਨ ਗਵਰਨਮੈਂਟ ਨੇ ਬਣਾਇਆ ਸੀ, ਉਸ ਤੋਂ 10 ਸਾਲ ਬਾਅਦ ਜਿਹੜਾ ਇਹ ਇੱਥੇ ਸਾਡੇ ਇੰਡੀਆ ਦੇ ਵਿੱਚ ਸ਼ੁਰੂ ਹੋਇਆ, ਉਸ ਵੇਲੇ ਕੀ ਮਾਇਨੇ ਸੀ ਇਸ ਪੋਸਟਲ ਕਾਰਡਾਂ ਦੇ? ਐਕਚੁਅਲੀ ਗੱਲ ਇਹ ਹੈ ਜੀ, ਇਹਨਾਂ ਤੋਂ ਪਹਿਲਾਂ ਆਪਣੇ ਜਿਹੜੇ ਚੱਲਦੇ ਸੀ ਇਨਵੈਲਪ ਚੱਲਦੇ ਸੀ, ਜਿਹਨੂੰ ਆਪਾਂ ਬੰਦ ਲਿਫਾਫਾ ਕਹਿੰਦੇ ਹਾਂ। ਬੰਦ ਲਿਫਾਫਾ ਚੱਲਦਾ ਸੀ ਤਾਂ ਵਪਾਰੀ ਤਬਕੇ ਨੂੰ ਜਿਹੜੀ ਹੈ ਉਹ ਆਪਣੀ ਗੱਲਬਾਤ ਕਰਨ ਲਈ ਉਹ ਬੜੀ ਔਖਿਆਈ ਲੱਗਦੀ ਸੀਗੀ, ਅਤੇ ਉਹਨਾਂ ਨੂੰ ਚਾਹੀਦੇ ਸੀਗੇ ਕੋਈ ਇਸ ਤਰ੍ਹਾਂ ਦਾ ਚੀਜ਼ ਚਾਹੀਦੀ ਸੀ ਜਿਹਦੇ 'ਚ ਆਪਣਾ ਇੱਕ ਸੁਨੇਹਾ ਲਿਖਣ ਅਤੇ ਆਪਣੀ ਪਾਰਟੀ ਨੂੰ ਘੱਲ ਦੇਣ ਉਹ। ਤਾਂ ਉਹ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਦੁਨੀਆ ਦੇ ਵਿੱਚ ਜਿਹੜਾ ਪੋਸਟ ਕਾਰਡ ਆਇਆ, ਜਿੱਦਾਂ ਤੁਸੀਂ ਦੱਸਿਆ, ਉਹ 1869 ਦੇ ਵਿੱਚ ਆਸਟ੍ਰੇਲੀਆ 'ਚ ਸਭ ਤੋਂ ਪਹਿਲਾ ਪੋਸਟ ਕਾਰਡ ਆਇਆ। ਉਸ ਤੋਂ 10 ਸਾਲ ਬਾਅਦ 1879 ਦੇ ਵਿੱਚ ਇੰਡੀਆ 'ਚ ਪਹਿਲਾ ਪੋਸਟ ਕਾਰਡ ਆ ਗਿਆ। ਔਰ ਉਦੋਂ ਵਿਕਟੋਰੀਆ ਕੁਈਨ ਦਾ ਦੌਰ ਸੀਗਾ ਜਿਹਨੂੰ ਮਲਕਾ ਵਿਕਟੋਰੀਆ ਕਹਿੰਦੇ ਨੇ, ਅਤੇ ਉਸ ਟਾਈਮ ਪਹਿਲਾ ਪੋਸਟ ਕਾਰਡ ਆਇਆ ਔਰ ਉਸ ਪੋਸਟ ਕਾਰਡ ਦੀ ਜਿਹੜੀ ਵੈਲਿਊ ਉਸ ਟਾਈਮ ਰੱਖੀ ਗਈ ਸੀ 1 ਕੁਆਟਰ ਆਨਾ, ਯਾਨੀ ਕਿ 1 ਪੈਸਾ। ਉਸ ਟਾਈਮ 1 ਪੈਸਾ ਕੀਮਤ ਸੀਗੀ ਔਰ ਉਹਦੇ 'ਤੇ ਮਹਾਰਾਣੀ ਵਿਕਟੋਰੀਆ ਦੀ ਫੋਟੋ ਛਪੀ ਹੋਈ ਸੀ। ਔਰ ਅੱਜ ਜਿਹੜਾ ਅਸੀਂ ਪੋਸਟ ਕਾਰਡ ਦੇਖਦੇ ਹਾਂ ਉਹਦੇ ਨਾਲੋਂ ਉਹਦਾ ਸਾਈਜ਼ ਛੋਟਾ ਸੀਗਾ, ਔਰ ਉਹ ਛੋਟੇ ਸਾਈਜ਼ ਦੇ ਵਿੱਚ ਉਨੀ ਕੁ ਜ਼ਰੂਰਤ ਸੀ, ਉਹ ਚੱਲਦੇ ਰਹੇ। ਅਤੇ ਇਹ ਪੋਸਟ ਕਾਰਡ 1879 ਦੇ ਵਿੱਚ ਚੱਲੇ, ਅੱਜ ਇਹਨਾਂ ਨੂੰ 142 ਸਾਲ ਹੋ ਗਏ। ਸੋ ਤੁਹਾਨੂੰ ਅਸੀਂ ਨਾਲੋਂ ਨਾਲ ਇਹ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ 142 ਸਾਲ ਪਹਿਲਾਂ ਦੇ ਲੋਕ ਜਿਹੜਾ ਕਿਸ ਭਾਸ਼ਾ ਦੇ ਵਿੱਚ ਲਿਖਦੇ ਹੁੰਦੇ ਸੀ, ਕਿਹੋ ਜਿਹੇ ਉਹਨਾਂ ਦਾ ਕਮਿਊਨੀਕੇਸ਼ਨ ਦਾ ਸਟਾਈਲ ਹੁੰਦਾ ਸੀ, ਕਿ ਕਿਹੋ ਜਿਹੇ ਜਿਹੜੇ ਉਹਨਾਂ ਦੇ ਸੁਨੇਹੇ ਸੀ ਉਹ ਦਿੱਤੇ ਜਾਂਦੇ ਸੀ। ਅੱਜ ਇਹ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਫਤਖਾਰ ਹੁਸੈਨ ਹੋਰਾਂ ਦੀ ਕਲੈਕਸ਼ਨ ਹੈਗੀ ਹੈ। ਇਫਤਖਾਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ
ਇੰਡੀਆ ਦੇ ਵਿੱਚ ਪੋਸਟ ਕਾਰਡ ਜਿਹੜਾ ਚੱਲਿਆ, ਪੋਸਟਲ ਕਾਰਡ ਜਿਹੜਾ ਚੱਲਿਆ, ਉਹਦੇ ਬਾਬਤ ਦੱਸੋ। ਸਭ ਤੋਂ ਪਹਿਲਾਂ ਜਿਹੜਾ ਪੋਸਟ ਕਾਰਡ ਸੀਗਾ ਜੀ ਉਹ 1879 ਦੇ ਵਿੱਚ ਆਇਆ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ। ਇਹ ਜਿਹੜੀ ਮੈंने ਕਲੈਕਸ਼ਨ ਲਾਈ ਹੋਈ ਹੈ ਇਹ ਈਅਰ ਵਾਈਜ਼ ਲਾਈ ਹੈ, ਸਨ ਦੇ ਹਿਸਾਬ ਨਾਲ। 1879 ਤੋਂ ਲੈ ਕੇ 1903 ਤੱਕ 2 ਰਾਜਾਂ ਦਾ ਪੀਰੀਅਡ ਲੰਘਿਆ ਅੰਗਰੇਜ਼ਾਂ ਦਾ। ਪਹਿਲਾਂ ਮਲਕਾ ਵਿਕਟੋਰੀਆ ਸੀਗੀ, ਮਲਕਾ ਵਿਕਟੋਰੀਆ ਦਾ 1901 ਦੇ ਵਿੱਚ ਦੇਹਾਂਤ ਹੋ ਗਿਆ। 1901 ਤੋਂ ਬਾਅਦ ਫਿਰ ਐਡਵਰਡ 7 ਜਿਹੜਾ ਹੈ ਉਹਨੇ ਇਹ ਰਾਜ ਭਾਗ ਸੰਭਾਲਿਆ, ਤੇ 1901 ਦੇ ਵਿੱਚ ਜਦੋਂ ਉਹਨੇ ਸੰਭਾਲਿਆ ਉਦੋਂ ਪੋਸਟ ਕਾਰਡ ਨਹੀਂ ਆਇਆ ਸੀਗਾ ਉਹਦਾ। ਜਿਹੜੇ ਵਿਕਟੋਰੀਆ ਕੁਈਨ ਦੇ ਚੱਲਦੇ ਸੀਗੇ ਉਹੀ ਚੱਲਦੇ ਸੀਗੇ। ਤਾਂ 1903 ਦੇ ਵਿੱਚ ਪਹਿਲਾ ਜਿਹੜਾ ਪੋਸਟ ਕਾਰਡ ਹੈ ਉਹ ਵਿਕਟੋਰੀਆ ਕੁਈਨ ਤੋਂ ਬਾਅਦ ਐਡਵਰਡ 7 ਦਾ ਆਇਆ। 1903 ਤੱਕ ਵਿਕਟੋਰੀਆ ਕੁਈਨ ਦੇ ਜਿਹੜੇ ਚੱਲੇ ਨੇ, ਇਸ ਕਰਕੇ ਮੈंने 1903 ਤੱਕ ਵਿਕਟੋਰੀਆ ਕੁਈਨ ਦੇ ਹੀ ਪੋਸਟ ਕਾਰਡ ਲਾਏ ਨੇ ਸਾਰੇ ਦੇ ਸਾਰੇ। 1879 ਤੋਂ ਲੈ ਕੇ 1903 ਤੱਕ ਵਿਕਟੋਰੀਆ ਕੁਈਨ ਦੇ ਪੋਸਟ ਕਾਰਡ ਸਾਰੇ ਦੇ ਸਾਰੇ ਇੱਥੇ ਪ੍ਰਦਰਸ਼ਿਤ ਕੀਤੇ ਨੇ। ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਵਿਕਟੋਰੀਆ ਦੀ ਜਿਹੜੀ ਫੋਟੋ ਵੀ ਹੈਗੀ ਹੈ, ਸਟੰਪ ਹੈਗੀ ਹੈ, ਉਹ ਵੀ ਲੱਗੀ ਇਸ ਦੇ ਉੱਤੇ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਦਾ ਜਿਹੜਾ ਫਿਰ ਪੀਰੀਅਡ ਰਿਹਾ, ਇਹ 2 ਦੌਰ ਜਿਹੜੇ ਹੈਗੇ ਨੇ। ਉਸ ਤੋਂ ਬਾਅਦ ਵਿਕਟੋਰੀਆ, ਮਲਕਾ ਵਿਕਟੋਰੀਆ ਤੋਂ ਬਾਅਦ ਜਿਹੜਾ ਇਹਨਾਂ ਦਾ ਸਟਾਈਲ ਵੀ ਚੇਂਜ ਹੋਇਆ ਹੈ ਔਰ ਲਿਖਣ ਸ਼ੈਲੀ ਵੀ ਚੇਂਜ ਹੋਈ ਹੈ। ਮਲਕਾ ਵਿਕਟੋਰੀਆ ਤੋਂ ਬਾਅਦ 1903 ਦੇ ਵਿੱਚ ਐਡਵਰਡ 7 ਦਾ ਦੌਰ ਆਇਆ ਜੀ। ਐਡਵਰਡ 7 ਦੇ ਜਿਹੜੇ ਸ਼ੁਰੂਆਤੀ ਦੌਰ ਦੇ ਪੋਸਟ ਕਾਰਡ ਸੀਗੇ ਉਹ ਸੇਮ ਮਲਕਾ ਵਿਕਟੋਰੀਆ ਵਰਗੇ ਹੀ ਸੀਗੇ, ਉਹੀ ਸਾਈਜ਼ ਸੀਗਾ, ਪਰ ਉਹਦੇ ਵਿੱਚ ਉਹਨਾਂ ਨੇ ਇੱਕ ਵੀ ਫੋਟੋ ਬਦਲ ਗਈ ਸੀਗੀ ਤੇ ਕੀਮਤ ਨਹੀਂ ਬਦਲੀ, ਉਹੀ 1 ਕੁਆਟਰ ਅੰਨਾ ਯਾਨੀ ਕਿ 1 ਪੈਸਾ ਹੀ ਕੀਮਤ ਰਹੀ। ਇਹ ਥੱਲੇ ਤੁਸੀਂ ਦੇਖ ਰਹੇ ਹੋ ਐਡਵਰਡ 7 ਦੇ ਨੇ। ਇਹਨਾਂ ਦਾ ਦੌਰ ਜਿਹੜਾ ਸੀਗਾ 1901 ਤੋਂ ਲੈ ਕੇ, ਕਿਉਂਕਿ ਮਲਕਾ ਵਿਕਟੋਰੀਆ 1901 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ, ਤੇ 1910 ਦੇ ਵਿੱਚ ਇਹਨਾਂ ਦੀ ਐਡਵਰਡ 7 ਦੀ ਹੋ ਗਈ ਸੀ। 1910 ਤੱਕ, ਪਰ ਇਹਨਾਂ ਦੇ ਜਿਹੜੇ ਪੋਸਟ ਕਾਰਡ ਨੇ 1913-14 ਤੱਕ ਚੱਲਦੇ ਰਹੇ ਨੇ। ਮੈंने ਜਦ ਤੱਕ ਚੱਲਦੇ ਰਹੇ ਨੇ ਉਹ ਸਾਰੇ ਪੋਸਟ ਕਾਰਡ ਉਹ ਡੇਟ ਵਾਈਜ਼, ਈਅਰ ਵਾਈਜ਼ ਲਾਏ ਹੋਏ ਨੇ। ਇਸ ਤੋਂ ਬਾਅਦ ਫਿਰ ਆਉਂਦਾ ਹੈ ਜਾਰਜ 5 ਦਾ ਟਾਈਮ ਜੀ। ਅੱਗੇ ਤੁਹਾਨੂੰ ਦਿਖਾਵਾਂਗਾ ਜਾਰਜ 5 ਦੇ ਪੋਸਟ ਕਾਰਡ ਵੀ ਆ। ਸੋ ਤੁਸੀਂ ਇਹ ਦੇਖ ਸਕਦੇ ਹੋ, ਬੜੀ ਅਨੋਖੀ ਜਿਹੜੀ ਕਲੈਕਸ਼ਨ ਹੈਗੀ ਹੈ ਸ਼ੇਖ ਇਫਤਿਖਾਰ ਉਹਨਾਂ ਨੇ ਕੀਤੀ ਹੋਈ ਹੈ। ਇੱਕ ਸਾਲ ਹੈ ਜਿਹੜਾ ਉਹ ਇਤਿਹਾਸ ਦਾ ਇਹਨਾਂ ਨੇ ਇਸ ਬੋਰਡ ਦੇ ਉੱਤੇ ਸੰਜੋ ਕੇ ਰੱਖਿਆ ਹੈ। ਸੋ ਇਸ ਤੋਂ ਬਾਅਦ ਬ੍ਰਿਟਿਸ਼ ਇੰਡੀਆ ਦਾ ਪੋਸਟ ਕਾਰਡ ਫਿਰ ਜਾਰਜ 6 ਦਾ ਸ਼ੁਰੂ ਹੁੰਦਾ ਜੀ। ਜਾਰਜ 5 ਦਾ ਸ਼ੁਰੂ ਹੁੰਦਾ ਜੀ, ਇਹ ਨੀਚੇ ਵਾਲੇ ਜੀ। ਐਡਵਰਡ 7 ਤੋਂ ਬਾਅਦ ਜਾਰਜ 5 ਆਉਂਦਾ। ਜਾਰਜ 5ਵਾਂ ਜਿਹਨੂੰ ਕਿਹਾ ਜਾਂਦਾ, ਪੰਚਮ ਵੀ ਕਹਿ ਦਿੰਦੇ ਨੇ ਜੀ। ਇਹਦਾ ਦੌਰ ਸ਼ੁਰੂ ਹੁੰਦਾ ਜੀ 1911 ਚ। 1911 ਤੋਂ ਲੈ ਕੇ 1937 ਤੱਕ ਇਹ ਕਿੰਗ ਰਹਿੰਦੇ ਨੇ ਜੀ ਬ੍ਰਿਟਿਸ਼ ਦੇ। ਇੰਡੀਆ ਦੇ ਵਿੱਚ ਵੀ ਇਹੀ ਰਹਿੰਦੇ ਨੇ। ਫਿਰ ਇਹਨਾਂ ਦੇ ਪੋਸਟ ਕਾਰਡ ਨੇ ਜਿਹੜੇ ਉਹ ਅਲੱਗ-ਅਲੱਗ ਡਿਜ਼ਾਈਨਾਂ 'ਚ ਆਏ ਨੇ, ਅਲੱਗ-ਅਲੱਗ ਰੰਗਾਂ 'ਚ ਆਏ ਨੇ, ਅਲੱਗ-ਅਲੱਗ ਕੀਮਤਾਂ 'ਚ ਆਏ ਨੇ। ਇਹਨਾਂ ਦੀ ਕੀਮਤ ਵੀ ਵੱਧ ਗਈ। ਤਾਂ ਇਸ ਕਰਕੇ ਮੈंने ਜਿੰਨੀਆਂ ਵੈਰਾਈਟੀਆਂ ਦੇ ਇਹਨਾਂ ਦੇ ਪੋਸਟ ਕਾਰਡ ਚੱਲੇ ਜਾਰਜ 5 ਦੇ, ਉਹ ਹਰ ਵੈਰਾਈਟੀ ਦਾ ਪੋਸਟ ਕਾਰਡ ਰੱਖਿਆ ਹੋਇਆ ਇੱਥੇ, ਹਰ ਵੈਰਾਈਟੀ ਦਾ ਲਗਾਇਆ ਹੋਇਆ, ਔਰ ਤਾਂ ਕਿ ਕੋਈ ਰਿਕਾਰਡ ਦੇ ਵਿੱਚੋਂ ਚੀਜ਼ ਰਹਿ ਨਾ ਜਾਵੇ। ਇਸ ਕਰਕੇ ਸਾਰੇ ਪ੍ਰਦਰਸ਼ਿਤ ਕੀਤੇ ਹੋਏ ਨੇ ਇੱਥੇ। ਜੀ। ਤੇ ਫਿਰ ਇਸ ਤੋਂ ਬਾਅਦ ਅਗਲਾ ਨੰਬਰ ਕਿਹਨਾਂ ਦਾ ਆਉਂਦਾ ਜੀ? ਨਹੀਂ, ਇੱਥੇ ਇੱਕ ਗੱਲ ਹੋਰ ਦੱਸਣਯੋਗ ਹੈ। ਉਹ ਇਹ ਹੈ ਕਿ ਪਹਿਲਾਂ ਜਿਹੜਾ ਪੋਸਟ ਕਾਰਡ ਮਲਕਾ ਵਿਕਟੋਰੀਆ ਦੇ ਦੌਰ 'ਚ ਆਇਆ ਸੀ ਉਸ ਦਾ ਸਾਈਜ਼ ਛੋਟਾ ਸੀਗਾ। ਐਡਵਰਡ 7 ਦਾ ਜਦੋਂ ਦੌਰ ਆਇਆ ਤਾਂ ਉਹਨੇ ਵੀ ਉਹੀ ਪੋਸਟ ਕਾਰਡ ਚਲਾਏ, ਪਰ ਉਹ 1-2 ਸਾਲ ਹੀ ਚੱਲੇ। 1-2 ਸਾਲਾਂ ਤੋਂ ਬਾਅਦ ਉਹਦਾ ਸਾਈਜ਼ ਵਧਾ ਦਿੱਤਾ ਗਿਆ। ਅੱਜ ਜਿਹੜਾ ਅਸੀਂ ਪੋਸਟ ਕਾਰਡ ਦੇਖ ਰਹੇ ਹਾਂ, ਜਿਹੜਾ ਸਾਈਜ਼ ਅੱਜ ਸਾਡੇ ਕੋਲੇ ਹੈ, ਉਹ ਐਡਵਰਡ 7 ਦੇ ਦੌਰ ਦੇ ਵਿੱਚ ਬਣਿਆ। ਉਹ ਤੇ ਉਦੋਂ ਤੋਂ ਚੱਲਿਆ ਆ ਰਿਹਾ, ਉਦੋਂ ਤੋਂ ਚੱਲਿਆ ਆ ਰਿਹਾ ਹੈ। ਫਿਰ ਉਹ ਪੋਸਟ ਕਾਰਡ ਦਾ ਸਾਈਜ਼ ਵੱਡਾ ਹੋ ਗਿਆ ਤੇ ਉਹ ਚੱਲੇ। ਫਿਰ ਜਾਰਜ 5 ਦਾ 5th ਦਾ ਔਰ 6 ਦਾ ਜਦੋਂ ਟਾਈਮ ਆਇਆ ਤਾਂ ਉਹ ਵੱਡੇ ਹੀ ਚੱਲੇ ਨੇ, ਉਹਨਾਂ 'ਚ ਛੋਟੇ ਨਹੀਂ ਆਏ ਹਨ। ਇਹ ਜਾਰਜ 5 ਦੇ ਤੇ ਉੱਪਰ ਜਾਰਜ 6 ਦੇ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਸੁਨੇਹੇ ਨੇ, ਬੜੇ ਅੱਡ-ਅੱਡ ਕਿਸਮ ਦੇ ਜਿਹੜੇ ਸੁਨੇਹੇ ਨੇ। ਜੇਕਰ ਇਹਨਾਂ ਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਕੁਛ ਇਹਦੇ ਵਿੱਚੋਂ ਜਿਹੜੇ ਪੜ੍ਹਨਯੋਗ ਵੀ ਹੈਗੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਸ ਵੇਲੇ ਜਿਹੜਾ ਕਮਿਊਨੀਕੇਸ਼ਨ ਕੀਤਾ ਜਾਂਦਾ ਸੀ, ਕਿਸ ਤਰੀਕੇ ਨਾਲ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਇਸ ਪੋਸਟ ਕਾਰਡ ਦੇ ਉੱਤੇ ਉਲੀਕਿਆ ਜਾਂਦਾ ਸੀ। ਉਹ ਲੋਕ ਜਿਨ੍ਹਾਂ ਦੀਆਂ ਕਈ ਨਸਲਾਂ ਜਿਹੜੀਆਂ ਹੁਣ ਤੱਕ ਬਦਲ ਗਈਆਂ ਹੋਣਗੀਆਂ। ਮੈਨੂੰ ਲੱਗਦਾ ਹੈ ਕਿ ਇਹ ਇੱਕ ਇਤਿਹਾਸਿਕ ਜਿਹੜਾ
ਉਹ ਸੁਨੇਹਾ ਜਿਸ ਤਰੀਕੇ ਨਾਲ ਅਸੀਂ ਇਹ ਪੋਸਟ ਕਾਰਡ ਹੈਗਾ ਜਿਹਦੇ ਵਿੱਚ ਲਿਖਿਆ ਹੈ ਬਾਬਾ ਕਾਲੀ ਕਮਲੀ ਵਾਲਾ ਪੰਚਾਇਤ ਖੇਤਰ ਰਿਸ਼ੀਕੇਸ਼ ਜ਼ਿਲ੍ਹਾ ਦੇਹਰਾਦੂਨ। ਸੋ ਦੇਹਰਾਦੂਨ ਤੱਕ ਤੋਂ ਤੁਸੀਂ ਬੜੀ ਦੂਰ ਦੂਰ ਤੋਂ ਕਲੈਕਸ਼ਨ ਇਕੱਠੀ ਕੀਤੀ ਹੋਈ ਹੈ ਜੀ ਇਫਤਿਖਾਰ ਸਾਹਿਬ। ਕੋਲੇ ਰਾਜਸਥਾਨ ਦੀ ਵੀ ਹੈ ਜੀ, MP ਦੀ ਵੀ ਹੈ, UP ਦੀ ਵੀ ਹੈ, ਪੰਜਾਬ ਦੀ, ਹਰਿਆਣੇ ਦੀ, ਮਤਲਬ ਈਵਨ ਕਿ ਤੁਹਾਨੂੰ ਮੈਂ ਇੱਕ ਪੋਸਟ ਕਾਰਡ ਦਿਖਾਊਂਗਾ ਅਫਗਾਨਿਸਤਾਨ ਚਮਨ ਦਾ ਇਲਾਕਾ ਜਿੱਥੇ ਦਾ ਅੰਗੂਰ ਮਸ਼ਹੂਰ ਹੈ ਚਮਨ ਦਾ, ਉੱਥੇ ਦੇ ਖੁਸ਼ਕ ਮੇਵੇ ਜਿਹਨੂੰ ਡਰਾਈ ਫਰੂਟ ਕਿਹਾ ਜਾਂਦਾ ਉਹ ਵੀ ਆਉਂਦੇ ਸੀਗੇ। ਤਾਂ ਅਫਗਾਨਿਸਤਾਨ ਤੱਕ ਦੇ ਵਪਾਰੀਆਂ ਦੇ ਪੋਸਟ ਕਾਰਡ, ਕਿਉਂਕਿ ਇਹ ਵਪਾਰੀ ਵਰਗ ਦੀ ਜ਼ਰੂਰਤ ਸੀ ਪੋਸਟ ਕਾਰਡ ਚਲਾਉਣਾ, ਔਰ ਵਪਾਰੀਆਂ ਨੇ ਇਸ ਤੋਂ ਜ਼ਿਆਦਾ ਕੰਮ ਲਿਆ, ਔਰ ਉਹ ਵਪਾਰੀ ਵਰਗ ਨੇ ਫਿਰ ਆਪਣੇ ਵੀ ਛਪਾਏ। ਮੈਂ ਜੋ ਅੱਗੇ ਜਾਵਾਂਗੇ ਤੁਹਾਨੂੰ ਮੈਂ ਉਹਨਾਂ ਬਾਰੇ ਅਲੱਗ-ਅਲੱਗ ਦੱਸਦਾ ਰਹਾਂਗਾ। ਔਰ ਵਪਾਰੀ ਵਰਗ ਦੀ ਇੱਕ ਹੋਰ ਦੱਸਦਾ ਕਿ ਇਹਨਾਂ ਦੀ ਆਪਣੀ ਲੈਂਗੁਏਜ ਜਿਹੜੀ ਉਹ ਜਿਹਨੂੰ ਲੰਡੇ ਅਸੀਂ ਕਹਿ ਦਿੰਦੇ ਹਾਂ, ਲੰਡੇ ਭਾਸ਼ਾ ਜਿਹੜੀ ਹੈ ਉਹ ਭਾਸ਼ਾ ਦਾ ਇਸਤੇਮਾਲ ਕਰਦੇ ਸੀਗੇ, ਕਿਉਂਕਿ ਖੁੱਲ੍ਹਾ ਓਪਨ ਪੋਸਟ ਕਾਰਡ ਹੁੰਦਾ ਸੀਗਾ, ਆਮ ਬੰਦਾ ਉਹਨੂੰ ਪੜ੍ਹ ਵੀ ਨਹੀਂ ਸਕਦਾ ਸੀਗਾ ਵੀ ਕੀ ਲਿਖਿਆ ਕੀ ਨਹੀਂ ਲਿਖਿਆ। ਇਸ ਕਰਕੇ ਵਪਾਰੀ ਵਰਗ ਦੀ ਭਾਸ਼ਾ ਵੀ ਅਲੱਗ ਹੀ ਸੀਗੀ, ਉਹ ਆਪਣੀ ਭਾਸ਼ਾ ਜੀ ਇਹ ਤੁਹਾਨੂੰ ਪੋਸਟ ਕਾਰਡਾਂ 'ਤੇ ਮਿਲ ਜਾਏਗੀ, ਔਰ ਉਹ ਇਸ ਮਸ਼ਹੂਰ ਹੋਇਆ। ਸੋ ਇਸ ਤੋਂ ਬਾਅਦ ਜਿਹੜਾ ਬਹੁਤ ਬਿਹਤਰੀਨ ਜਿਹੜੀ ਕਲੈਕਸ਼ਨ ਮੈਂ ਇਹਨਾਂ ਦੀ ਮੰਨਾਂਗਾ, ਅਸੀਂ ਰਿਆਸਤ ਪਟਿਆਲਾ ਰਿਆਸਤ ਨਾਭਾ ਦੇ ਪੋਸਟ ਕਾਰਡ ਵੀ ਦਿਖਾਵਾਂਗੇ ਕਿ ਕਿਹੋ ਜਿਹੇ ਸਨ ਅਤੇ ਉਹਦੇ 'ਤੇ ਕਿਸ ਤਰੀਕੇ ਨਾਲ ਪੁੱਟੀ ਵਾਲਾ ਜਿਹੜਾ ਪਟਿਆਲਾ ਨਹੀਂ ਸੀ ਹੁੰਦਾ, ਪੁੱਟੀ ਵਾਲਾ ਲਿਖਿਆ ਹੋਇਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ। ਇਹ ਗਵਾਲੀਅਰ ਸਟੇਟ ਹੈ ਜੀ, ਗਵਾਲੀਅਰ ਸਟੇਟ ਦੀ ਅਤੇ ਜਿਹੜੀ ਇਸ ਤੋਂ ਇਲਾਵਾ ਹੈਦਰਾਬਾਦ ਸਟੇਟ ਹੈਗੀ ਹੈ, ਤਿਰੂਨਕੋਰ ਹੈਗੀ ਹੈ, ਇਹ ਕਿੱਥੋਂ ਮਿਲੇ ਜੀ ਤੁਹਾਨੂੰ ਐਡਾ ਵੱਡਾ ਕਲੈਕਸ਼ਨ? ਮੈਨੂੰ ਲੱਗਦਾ ਕਿ ਤੁਹਾਨੂੰ ਸਾਲਾਂ ਬੱਧੀ ਦੀ ਮਿਹਨਤ ਦਾ ਨਤੀਜਾ ਹੈ। ਮਿਲਣ ਦੇ ਨਾਲ ਨਾਲ ਜੀ ਮੈਂ ਤੁਹਾਨੂੰ ਇੱਕ ਇੱਥੇ ਇੰਪੋਰਟੈਂਟ ਗੱਲ ਦੱਸਣੀ ਚਾਹੁੰਦਾ। ਉਹ ਇੰਪੋਰਟੈਂਟ ਗੱਲ ਇਹ ਹੈ ਕਿ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਜਿਹੜੇ ਰਾਜੇ ਮਹਾਰਾਜਿਆਂ ਦੀ ਅੰਗਰੇਜ਼ਾਂ ਨਾਲ ਵੱਧ ਬਣਦੀ ਸੀਗੀ, ਯਾਨੀ ਕਿ ਉਹਨਾਂ ਦੇ ਅੰਗਰੇਜ਼ਾਂ ਦੇ ਨਜ਼ਦੀਕ ਸੀਗੇ, ਨੇੜੇ, ਤਾਂ ਉਹਨਾਂ ਰਾਜੇ ਮਹਾਰਾਜਿਆਂ ਨੇ ਅੰਗਰੇਜ਼ਾਂ ਕੋਲੇ ਕਿਹਾ ਕਿ ਪੋਸਟ ਕਾਰਡ ਅਸੀਂ ਵੀ ਰਾਜੇ ਹਾਂ, ਸਾਡੀਆਂ ਵੀ ਜ਼ਰੂਰਤਾਂ ਨੇ, ਔਰ ਅਸੀਂ ਵੀ ਰਿਆਸਤ ਦੇ ਮਾਲਕ ਹਾਂ, ਇਸ ਕਰਕੇ ਸਾਨੂੰ ਵੀ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਆਪਣੀ ਰਿਆਸਤ ਦੇ ਆਪਣੇ ਨਾਮ 'ਤੇ ਪੋਸਟ ਕਾਰਡ ਛਾਪੀਏ, ਬਣਾਈਏ। ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਸੀ ਕਿ ਇਹ ਪੋਸਟ ਕਾਰਡ ਛਪਵਾਉਣ ਵਾਸਤੇ ਵੀ ਬ੍ਰਿਟਿਸ਼ ਹਕੂਮਤ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਤਤਕਾਲੀਨ ਰਾਜਿਆਂ ਨੂੰ? ਬਿਲਕੁਲ ਪੈਂਦੀ ਸੀ, ਕੋਈ ਕੰਮ ਵੀ ਬਗੈਰ ਉਸ ਇਜਾਜ਼ਤ 'ਤੇ ਨਹੀਂ ਕਰ ਸਕਦੇ ਸੀਗੇ, ਕਿਉਂਕਿ ਉਹਨਾਂ ਦੇ ਅੰਡਰ ਸੀਗੇ। ਇਸ ਕਰਕੇ ਇੱਥੇ ਹੁਣ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ, ਦੋ ਤਰ੍ਹਾਂ ਦੇ ਉਸ ਟਾਈਮ ਆਰਡਰ ਕੀਤੇ ਗਏ। ਜਿਹੜੇ ਤਾਂ ਰਾਜੇ ਮਹਾਰਾਜੇ ਅੰਗਰੇਜ਼ਾਂ ਦੇ ਬਹੁਤੇ ਨਜ਼ਦੀਕ ਸੀਗੇ ਉਹਨਾਂ ਨੂੰ ਤਾਂ ਆਪਣੇ ਛਾਪਣ ਦੀ ਇਜਾਜ਼ਤ ਦਿੱਤੀ ਗਈ, ਜਿਹੜੇ ਥੋੜ੍ਹੇ ਘੱਟ ਨਜ਼ਦੀਕ ਸੀਗੇ ਜਾਂ ਜਿਨ੍ਹਾਂ ਨੂੰ ਕਦੇ ਕਦੇ ਜ਼ਰੂਰਤ ਪੈਂਦੀ ਸੀ ਅੰਗਰੇਜ਼ਾਂ ਨੂੰ, ਉਹਨਾਂ ਨੂੰ ਜਿਹੜੀ ਇਜਾਜ਼ਤ ਦਿੱਤੀ ਗਈ ਉਹ ਇਜਾਜ਼ਤ ਦਿੱਤੀ ਗਈ ਕਿ ਉਹ ਪੋਸਟ ਕਾਰਡ ਜਿਹੜਾ ਹੈ ਉਹ ਤਾਂ ਅੰਗਰੇਜ਼ਾਂ ਵਾਲਾ ਹੀ ਵਰਤਣਗੇ, ਪਰ ਉਹਦੇ ਉੱਤੇ ਓਵਰ ਪ੍ਰਿੰਟ ਆਪਣੀ ਰਿਆਸਤ ਦਾ ਨਾਮ ਔਰ ਆਪਣੀ ਰਿਆਸਤ ਦਾ ਇਨਸਿਗਨੀਆ ਛਪਾ ਸਕਦੇ ਨੇ, ਔਰ ਇੱਕ ਤਾਂ ਆਪਣੇ ਪ੍ਰਿੰਟ ਕਰਾ ਸਕਦੇ ਨੇ, ਆਪਣੀ ਰਿਆਸਤ ਦਾ ਨਾਮ ਪ੍ਰਿੰਟ ਕਰਾ ਸਕਦੇ ਨੇ, ਇਨਸਿਗਨੀਆ ਲੋਗੋ ਪ੍ਰਿੰਟ ਕਰਾ ਸਕਦੇ ਨੇ। ਇੱਕ ਨੂੰ ਇਹ ਇਜਾਜ਼ਤ ਮਿਲੀ ਹੈ ਕਿ ਪੋਸਟ ਕਾਰਡ ਅੰਗਰੇਜ਼ ਦਾ ਹੀ ਹੋਊਗਾ, ਉਹਦੇ ਉੱਪਰ ਓਵਰ ਪ੍ਰਿੰਟ ਹੋਏਗੀ। ਤਾਂ ਓਵਰ ਪ੍ਰਿੰਟ ਜਿਹੜਾ ਹੈ ਉਹ ਮੈਂ ਤੁਹਾਨੂੰ ਦੋਨੇ ਤਰ੍ਹਾਂ ਦੇ ਦਿਖਾ ਦਿੰਦਾ। ਇਹ ਟ੍ਰੈਵਨਕੋਰ ਰਿਆਸਤ ਹੈ ਜਿਸ ਨੂੰ ਕੋਚੀਨ ਕਿਹਾ ਜਾਂਦਾ। ਕੋਚੀਨ ਰਿਆਸਤ ਨੂੰ ਆਪਣੀ ਇਜਾਜ਼ਤ ਮਿਲੀ ਸੀ, ਉਹਨਾਂ ਨੇ ਆਪਣੇ ਇਨਸਿਗਨੀਆ ਲਾ ਕੇ, ਆਪਣੇ ਲੋਗੋ ਲਾ ਕੇ ਉਹਨਾਂ ਨੇ ਪੋਸਟ ਕਾਰਡ ਛਪਾਏ ਹੋਏ ਨੇ। ਅਤੇ ਇਹਨਾਂ ਦੇ ਨਾਲ ਹੀ ਹੈਦਰਾਬਾਦ ਰਿਆਸਤ ਪਈ ਹੈ, ਕਿਉਂਕਿ ਨਿਜ਼ਾਮ ਹੈਦਰਾਬਾਦ ਦਾ ਬਹੁਤ ਉਸ ਟਾਈਮ ਦੌਰ ਵਧੀਆ ਸੀਗਾ, ਅੰਗਰੇਜ਼ਾਂ ਦੇ ਬਹੁਤ ਨਜ਼ਦੀਕ ਸੀਗਾ ਉਹ। ਨਿਜ਼ਾਮ ਹੈਦਰਾਬਾਦ ਦੇ ਵੀ ਆਪਣੇ ਪੋਸਟ ਕਾਰਡ ਛਪੇ ਹੋਏ ਹੈ, ਆਪਣੇ ਉਹਨਾਂ ਦੇ ਆਪਣੀਆਂ ਮੋਹਰਾਂ ਲੱਗ ਕੇ ਆਪਣੇ ਪੋਸਟ ਕਾਰਡ ਨੇ। ਹੁਣ ਇਸ ਤੋਂ ਉੱਪਰ ਆ ਜਾਂਦੇ ਹਾਂ ਅਸੀਂ, ਗਵਾਲੀਅਰ ਸਟੇਟ ਪਈ ਹੈ। ਮੈਨੂੰ ਲੱਗਦਾ ਕਾਫੀ ਇੰਟਰਸਟਿੰਗ ਜਿਹੜੇ ਗਵਾਲੀਅਰ ਸਟੇਟ ਦੇ ਹੈਗੇ ਨੇ, ਤੁਸੀਂ ਕਲੈਕਸ਼ਨ ਵੀ ਬਹੁਤ ਵੱਡੀ ਕੀਤੀ ਹੋਈ ਹੈ ਇਹਨਾਂ ਦੀ। ਔਰ ਗਵਾਲੀਅਰ ਸਟੇਟ ਨੂੰ ਆਪਣੇ ਪੋਸਟ ਕਾਰਡ ਛਪਾਉਣ ਦੀ ਇਜਾਜ਼ਤ ਨਹੀਂ ਸੀ, ਜਦ ਕਿ ਉਹ ਸਟੇਟ ਬਹੁਤ ਨੇੜੇ ਸੀਗੇ ਅੰਗਰੇਜ਼ਾਂ ਦੇ ਰਾਜੇ ਮਹਾਰਾਜੇ, ਪਰ ਉਹਨਾਂ ਨੂੰ ਓਵਰ ਪ੍ਰਿੰਟ ਦੀ ਆਗਿਆ ਮਿਲੀ। ਤਾਂ ਮੈਂ ਦਿਖਾਉਣਾ ਚਾਹਾਂਗਾ ਕਿ ਆਹ ਉਹਨਾਂ ਦਾ ਲੋਗੋ ਹੈ ਜੀ, ਦੋ ਸੱਪ ਤੇ ਚੜ੍ਹਦਾ ਸੂਰਜ ਦੀਆਂ ਵੀ ਉਹਨਾਂ ਨੇ ਜਿਹੜੀਆਂ ਅੱਖਾਂ ਬਣਾਈਆਂ ਹੋਈਆਂ ਨੇ। ਹਾਂਜੀ ਹਾਂਜੀ, ਬਾਕਾਇਦਾ ਇਹ ਉਹਨਾਂ ਦਾ ਰਿਆਸਤ ਦਾ ਲੋਗੋ ਸੀਗਾ। ਇਹ ਲੱਗਿਆ ਹੋਇਆ ਓਵਰ ਪ੍ਰਿੰਟ ਦੇ ਵਿੱਚ, ਅਗਰ ਕਿਸੇ ਕਾਰਡ 'ਤੇ ਸਾਫ਼ ਹੈ, ਆਹ ਦੇਖੋ ਗਵਾਲੀਅਰ ਸਟੇਟ, ਗਵਾਲੀਅਰ ਸਟੇਟ ਓਵਰ ਪ੍ਰਿੰਟ ਉਹਨਾਂ ਦੀ ਟਿਕਟ 'ਤੇ ਔਰ ਉਹਨਾਂ ਦੇ ਕਾਰਡ 'ਤੇ ਹੈ। ਇਹਨਾਂ ਦੇ ਆਪਣਾ ਕਾਰਡ ਨਹੀਂ ਛਪਿਆ ਹੋਇਆ, ਅੰਗਰੇਜ਼ ਦਾ ਕਾਰਡ ਹੈ ਔਰ ਉਹਦੇ ਉੱਪਰ ਲੋਗੋ ਹੈ, ਲੋਗੋ ਲਗਾਇਆ ਹੋਇਆ। ਜੀ ਜੀ ਜੀ। ਸੋ ਇਸ ਤੋਂ ਅੱਗੇ ਵਧਦੇ ਆ, ਹੁਣ ਬੜਾ ਇੰਟਰਸਟਿੰਗ ਜਿਹੜਾ ਟੌਪਿਕ ਹੈ ਜਿਸ ਦੀ ਤੁਹਾਨੂੰ ਸਾਰਿਆਂ ਨੂੰ ਇੰਤਜ਼ਾਰ ਸੀ, ਰਿਆਸਤ ਪਟਿਆਲਾ ਦੀ। ਉਹਦੇ ਵੀ ਜਿਹੜੇ ਕਾਰਡ ਇੱਥੇ ਇਹਨਾਂ ਨੇ ਕਲੈਕਸ਼ਨ ਕਰਕੇ ਰੱਖੇ ਹੋਏ ਨੇ। ਬਹੁਤ ਵੱਡਾ ਜਿਹੜਾ ਇੱਕ ਇੱਥੇ ਖੁਲਾਸਾ ਹੈਗਾ ਪਟਿਆਲਾ ਦੇ ਨਾਂ ਨੂੰ ਲੈ ਕੇ ਵੀ, ਉਹ ਵੀ ਇੱਥੇ ਔਨ ਰਿਕਾਰਡ ਹੋਣ ਵਾਲਾ ਹੈ। ਤੁਸੀਂ ਸਾਡੇ ਨਾਲ ਜੁੜੇ ਰਹੋ। ਪਟਿਆਲਾ ਸਟੇਟ ਅਤੇ ਨਾਭਾ ਸਟੇਟ ਮੈਨੂੰ ਲੱਗਦਾ ਹੈ ਕਿ
ਬਹੁਤ ਵੱਡਾ ਇੱਕ ਇਨੀਸ਼ੀਏਟਿਵ ਸੀ ਉਸ ਵੇਲੇ, ਕਿਉਂਕਿ ਰਿਆਸਤ ਜੀਂਦ ਵੀ ਸੀ, ਜਿਹੜੀ ਰਿਆਸਤ ਚੰਬਾ ਵੀ ਬੜੀ ਮਸ਼ਹੂਰ ਰਹੀ ਹੈ ਜਦੋਂ ਅਣਵੰਡੇ ਪੰਜਾਬ ਦੀ। ਸੋ ਤੁਹਾਨੂੰ ਕੀ ਲੱਗਦਾ ਕਿ ਨਾਭਾ ਤੇ ਪਟਿਆਲਾ ਨੂੰ ਇਜਾਜ਼ਤ ਦੇਣਾ ਆਪਣੇ ਆਪ ਦੇ ਵਿੱਚ, ਜਾਂ ਉਹਨਾਂ ਵੱਲੋਂ ਆਪਣੇ ਜਿਹੜੇ ਪੋਸਟਲ ਕਾਰਡ ਜਾਰੀ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਸੀ ਉਸ ਵੇਲੇ? ਨਹੀਂ, ਮੇਰੇ ਖਿਆਲ 'ਚ ਪੰਜਾਬ ਦੀ ਕਿਸੇ ਵੀ ਸਟੇਟ ਨੂੰ, ਕਿਸੇ ਵੀ ਰਿਆਸਤ ਨੂੰ ਅੰਗਰੇਜ਼ ਨੇ ਆਪਣੇ ਪੋਸਟ ਕਾਰਡ ਜਾਰੀ ਕਰਨ ਦਾ ਆਰਡਰ ਨਹੀਂ ਦਿੱਤਾ। ਤਾਂ ਪੰਜਾਬ ਦੀਆਂ 5 ਜਾਂ 6 ਰਿਆਸਤਾਂ ਦੇ ਪੋਸਟ ਕਾਰਡ ਆਏ ਨੇ, 7 ਦੇ ਆਏ ਨੇ, ਇਸ ਤੋਂ ਵੱਧ ਨਹੀਂ ਆਏ। ਔਰ ਉਹਨਾਂ ਸਾਰੀਆਂ ਰਿਆਸਤਾਂ ਨੂੰ ਓਵਰ ਪ੍ਰਿੰਟ ਦੇ ਹੀ ਆਰਡਰ ਸੀਗੇ। ਤਾਂ ਪਟਿਆਲਾ ਦਾ ਮੈਂ ਦਿਖਾਣਾ ਚਾਹ ਰਿਹਾ ਤੁਹਾਨੂੰ ਕਿ ਪਟਿਆਲਾ ਰਿਆਸਤ ਦਾ, ਪਰ ਇੱਕ ਚੀਜ਼ ਹੋਰ ਹੈ ਕਿ ਪਟਿਆਲਾ ਰਿਆਸਤ ਦੇ ਪੋਸਟ ਕਾਰਡ ਜਿਹੜੇ ਨੇ ਉਹ ਵਿਕਟੋਰੀਆ ਕੁਈਨ ਦੇ ਜ਼ਮਾਨੇ 'ਚ ਹੀ ਆ ਗਏ ਸੀਗੇ, ਕਿਉਂਕਿ ਆਹ ਦੇਖੋ ਛੋਟੇ ਪੋਸਟ ਕਾਰਡ ਲੱਗੇ ਹੋਏ ਨੇ, ਔਰ ਇਹਦੇ ਪਰ ਆ ਇਨਸਿਗਨੀਆ ਪਟਿਆਲਾ ਸਟੇਟ ਦਾ, ਔਰ ਇਹਦੇ ਉੱਪਰ ਪਟਿਆਲਾ ਸਟੇਟ ਦਾ ਓਵਰ ਪ੍ਰਿੰਟ ਮੋਹਰ। ਤੇ ਵਿਕਟੋਰੀਆ ਕੁਈਨ ਦੇ ਜ਼ਮਾਨੇ ਤੋਂ ਹੀ ਸ਼ੁਰੂ ਹੋ ਗਿਆ ਸੀਗਾ। ਤੇ ਅੱਗੇ ਜਿਉਂ-ਜਿਉਂ ਰਾਜੇ ਬਦਲਦੇ ਗਏ, ਵਿਕਟੋਰੀਆ ਆ ਗਈ, ਐਡਵਰਡ 7 ਆ ਗਿਆ, ਫਿਰ ਜਾਰਜ 5 ਆ ਗਿਆ, ਜਾਰਜ 6 ਆ ਗਿਆ। ਇਹ ਮੈंने ਇਸ ਕਰਕੇ ਵੈਰਾਈਟੀਆਂ ਸਾਰੀਆਂ ਕੱਲੀ ਲਾਈ ਹੋਈ ਹੈ ਕਿ ਪਟਿਆਲਾ ਸਟੇਟ ਨੇ ਵੀ ਜਿਹੜੇ ਪੋਸਟ ਕਾਰਡ ਨੇ ਉਹ ਹਰ ਅੰਗਰੇਜ਼ ਦੇ ਪੀਰੀਅਡ ਦੇ ਵਿੱਚ, ਹਰ ਦੌਰ ਦੇ ਵਿੱਚ ਆਉਂਦੇ ਰਹੇ ਨੇ। ਸੋ ਨਾਭਾ ਸਟੇਟ ਦੀ ਜੇਕਰ ਗੱਲ ਕਰੀਏ, ਨਾਭਾ ਪਟਿਆਲਾ ਸਟੇਟ ਦੇ ਵਿੱਚ ਤੁਸੀਂ ਸਾਨੂੰ ਦਿਖਾ ਰਹੇ ਸੀ ਕਿ ਜਿਹੜਾ ਉਹਨਾਂ ਦੇ ਨਾਮ ਦਾ ਬੜਾ ਫਰਕ ਹੈਗਾ। ਪਟਿਆਲਾ ਸਟੇਟ ਨੂੰ ਜਿਹੜਾ ਉਹ ਪੁੱਟਿਆਲਾ ਲਿਖਿਆ ਗਿਆ ਸੀ, ਤੁਸੀਂ ਦਿਖਾ ਵੀ ਹੈ PUTTALLA। ਤੇ ਇਹਦੇ ਪਿੱਛੇ ਕੀ ਕਾਰਨ ਸੀ? ਇਹ ਐਰਰ ਹੈ ਜੀ, ਜਿਸ ਤਰ੍ਹਾਂ ਅੱਜ ਕੱਲ੍ਹ ਨੋਟਾਂ ਦੇ ਵਿੱਚ ਐਰਰ ਆ ਜਾਂਦਾ ਹੈ, ਗਲਤੀ ਨਾਲ ਛਪ ਜਾਂਦਾ ਹੈ, ਇੱਦਾਂ ਹੀ ਉਸ ਟਾਈਮ ਜਿਹੜੀ ਓਵਰ ਪ੍ਰਿੰਟ ਦੀ ਮੋਹਰ, ਸਟੈਂਪ ਜਿਹਨੂੰ ਕਿਹਾ ਜਾਂਦਾ ਹੈ, ਸੀਲ, ਉਹ ਜਿਹੜੀ ਸੀਲ ਬਣੀ, ਉਹ ਸੀਲ ਦੇ ਉੱਪਰ ਪਟਿਆਲਾ ਸਟੇਟ ਦੇ ਜਿਹੜੇ ਸਪੈਲਿੰਗ ਨੇ ਉਹ ਗਲਤ ਲਿਖੇ ਗਏ। ਪਰ ਇਹਨੂੰ ਤਾਂ ਪਹਿਲਾਂ ਬਾਬਾ ਆਲਾ ਸਿੰਘ ਤੋਂ ਬਾਅਦ ਫਿਰ ਬਾਬਾ ਜਿਹੜਾ ਪੱਟੀ ਵਾਲਾ ਵੀ ਕਈ ਵਾਰ ਇਹਨਾਂ ਨੂੰ ਕਹਿੰਦਾ ਜਾਂਦਾ ਰਿਹਾ, ਤੇ ਫਿਰ ਪੁੱਟਿਆਲੇ ਦਾ ਮਤਲਬ ਕੀ ਬਣਾ? ਐਕਚੁਅਲੀ ਕੀ ਹੈ, ਇਹਦਾ ਨਾਮ ਸੀਗਾ ਪੱਟੀ ਆਲਾ ਸਿੰਘ, ਆਲਾ ਸਿੰਘ ਦੀ ਪੱਟੀ ਆਲਾ ਸਿੰਘ, ਬੈਲਟ ਆਫ ਆਲਾ ਸਿੰਘ, ਆਲਾ ਸਿੰਘ ਦੀ ਪੱਟੀ ਸੀ ਇਹਦਾ ਨਾਮ ਉਹਨਾਂ ਨੇ ਰੱਖਿਆ ਸੀਗਾ ਉਹ। ਪਰ ਬਹੁਤ ਪੁਰਾਣੀ ਗੱਲ ਹੈ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਦੇ ਦੌਰ ਦੇ ਵਿੱਚ ਪਟਿਆਲਾ ਸਟੇਟ ਦੀ ਬੁਨਿਆਦ ਰੱਖੀ ਗਈ ਹੈ। ਬਾਬਾ ਆਲਾ ਸਿੰਘ ਨੇ ਜਿਹੜੀ ਬੁਨਿਆਦ ਰੱਖੀ ਪਟਿਆਲਾ ਸਟੇਟ ਦੀ, ਉਹ ਅਹਿਮਦ ਸ਼ਾਹ ਅਬਦਾਲੀ ਦੇ ਦੌਰ 'ਚ ਰੱਖੀ ਗਈ। ਤਾਂ ਉਸ ਤੋਂ ਬਾਅਦ ਤਾਂ ਬਾਬਾ ਆਲਾ ਸਿੰਘ ਤੋਂ ਬਾਅਦ ਤਾਂ ਇਹਦਾ ਨਾਮ ਬਦਲ ਕੇ ਹੌਲੀ ਪੱਟੀ ਆਲਾ ਸਿੰਘ, ਪਟਿਆਲਾ ਸਿੰਘ, ਆਲਾ ਸਿੰਘ, ਪੱਟੀ ਆਲਾ ਸਿੰਘ ਤੋਂ ਪਟਿਆਲਾ ਹੋ ਗਿਆ ਸੀਗਾ। ਪਰ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਅੱਜ ਜਿਹੜਾ ਅਸੀਂ ਪਟਿਆਲਾ ਕਹਿੰਦੇ ਆ ਉਹੀ ਕਿਹਾ ਜਾਂਦਾ ਰਿਹਾ। ਤੇ ਇਹ ਜਿਹੜਾ ਹੈ ਇਹ ਮਿਸ ਪ੍ਰਿੰਟਿੰਗ ਨਹੀਂ ਕਹਿ ਸਕਦੇ ਇਹਨੂੰ, ਬਲਕਿ ਐਰਰ ਕਹਿ ਸਕਦੇ ਹਾਂ ਅਸੀਂ, ਕਿਉਂਕਿ ਇਹਦੇ ਸਪੈਲਿੰਗ ਗਲਤ ਲਿਖੇ ਗਏ ਨੇ। ਤੇ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੋ ਗਿਆ ਹੈ। ਪਟਿਆਲਾ ਦੇ ਸਪੈਲਿੰਗ ਅੱਜ ਕੀ ਨੇ, ਇਹ ਇੱਥੇ ਕੀ ਲਿਖੇ ਗਏ ਨੇ, ਇਸ ਕਰਕੇ ਮੈंने ਇਹ ਅਲੱਗ ਲਾਏ ਨੇ। ਇਹ ਦੇਖੋ ਇਹਦੇ 'ਚ ਵੀ ਸਪੈਲਿੰਗਾਂ ਦਾ ਫਰਕ ਹੈ, ਇਹਦੇ ਵਿੱਚ ਵੀ ਸਪੈਲਿੰਗਾਂ ਦਾ ਫਰਕ ਹੈ। ਤੇ ਇਸ ਕਰਕੇ ਇਹ ਮੈंने ਅਲੱਗ, ਕਿਉਂਕਿ ਇਹ ਇੰਪੋਰਟੈਂਟ ਚੀਜ਼ ਹੋ ਗਈ। ਤੇ ਐਰਰ ਆ ਗਿਆ ਇਹਦੇ 'ਚ, ਐਰਰ ਹੋਣ ਕਰਕੇ, ਔਰ ਇਹ ਬਹੁਤ ਘੱਟ ਮਿਲਦੀਆਂ ਨੇ ਇਹ ਚੀਜ਼ਾਂ, ਇਸ ਕਰਕੇ ਮੈਂ ਇਹ ਇਹਨਾਂ ਨੂੰ ਅਲੱਗ ਹੀ ਲਗਾ ਦਿੱਤਾ। ਜੀ। ਸੋ ਇੱਥੇ ਗਵਾਲੀਅਰ ਸਟੇਟ ਦੇ ਵੀ ਹੈਗੇ ਨੇ, ਇੰਦੌਰੀ ਸਟੇਟ ਦੇ ਵੀ ਤੁਹਾਨੂੰ ਦਿਖਾਵਾਂਗੇ, ਪਰ ਨਾਭਾ ਸਟੇਟ ਦੇ ਤੁਹਾਨੂੰ ਕੀ ਖਾਸ ਲੱਗਿਆ ਜੀ? ਨਾਭਾ ਸਟੇਟ ਦੇ ਵਿੱਚ ਜਿਹੜੇ ਇਹਨਾਂ ਦੇ ਪੋਸਟ ਕਾਰਡ ਸੀ। ਨਾਭਾ ਸਟੇਟ ਦਾ ਇਹ ਹੈ ਕਿ ਨਾਭਾ ਸਟੇਟ ਦਾ ਇੱਕ ਤਾਂ ਇਨਸਿਗਨੀਆ ਬਹੁਤ ਵਧੀਆ ਦੇਖਣ 'ਚ, ਪਟਿਆਲਾ ਦਾ ਵੀ ਆਪਣੀ ਜਗ੍ਹਾ ਹੈ, ਦੇਖੋ ਪਟਿਆਲਾ ਦਾ ਹੈ ਆਹ, ਉਸ ਤੋਂ ਬਾਅਦ ਆ ਨਾਭੇ ਦਾ ਦੇਖੋ ਜੀ, ਨਾਭਾ ਆਪਣੀ ਜਗ੍ਹਾ ਅੱਛਾ ਲੱਗ ਰਿਹਾ ਹੈ। ਔਰ ਇਹ ਨਾਭਾ ਸਟੇਟ ਨੇ ਵੀ ਹਰ ਦੌਰ ਦੇ ਵਿੱਚ ਪੋਸਟ ਕਾਰਡ ਕੱਢਿਆ ਆਪਣੇ ਇਨਸਿਗਨੀਆ ਨਾਲ ਔਰ ਓਵਰ ਪ੍ਰਿੰਟ ਦੇ ਨਾਲ। ਪਟਿਆਲਾ, ਨਾਭਾ, ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਤੀਜੀ ਸਟੇਟ ਸੀ ਜੀਂਦ ਦੇ ਵੀ ਪੋਸਟ ਕਾਰਡ ਆਏ। ਚੌਥੀ ਸਟੇਟ ਸੀ ਫਰੀਦਕੋਟ ਦੇ ਵੀ ਪੋਸਟ ਕਾਰਡ ਆਏ। ਪੰਜਵੀਂ ਸਟੇਟ ਸੀਗੀ ਇਹਦੀ ਚੰਬੇ ਦੇ ਵੀ ਪੋਸਟ ਕਾਰਡ ਆਏ। ਯਾਨੀ ਕਿ 5-6 ਸਟੇਟਾਂ। ਉਸ ਟਾਈਮ ਇੱਕ ਸੀ ਨਾਲਾਗੜ੍ਹ ਤੋਂ ਉੱਪਰਲੇ ਪਾਸੇ ਜਾਈਏ ਤਾਂ ਸਿਰਮੌਰ ਸਟੇਟ ਸੀਗੀ ਇੱਕ, ਜਿਸ ਨਾਹਨ ਉਹਦੀ ਰਾਜਧਾਨੀ ਸੀਗੀ। ਸਿਰਮੌਰ ਸਟੇਟ ਦੇ ਵੀ ਪੋਸਟ ਕਾਰਡ ਆਏ ਨੇ। ਤੇ ਸੋ ਇਸ ਤੋਂ ਬਾਅਦ ਜਿਹੜਾ ਗਵਾਲੀਅਰ ਦੀ ਗੱਲ ਕਰੀਏ ਆਪਾਂ, ਇੰਦੌਰ ਸਟੇਟ ਦੀ ਗੱਲ ਕਰੀਏ, ਕਿਉਂਕਿ ਟਾਈਮ ਜਿਹੜਾ ਇਜਾਜ਼ਤ ਨਹੀਂ ਦਿੰਦਾ, ਇਹਦੇ ਬਾਰੇ ਥੋੜਾ ਬਰੀਫ ਜ਼ਰੂਰ ਕਰੋ ਸਾਨੂੰ। ਇੰਦੌਰ ਸਟੇਟ ਉਹ ਹੈ ਜੀ ਜਿਸ ਨੂੰ ਹੋਲਕਰ ਸਟੇਟ ਕਿਹਾ ਜਾਂਦਾ ਹੈ। ਹੋਲਕਰ ਰਾਜਿਆਂ ਨੇ ਰਾਜ ਕੀਤਾ। ਇਹਨਾਂ ਦਾ ਆਪਣਾ ਪੋਸਟ ਕਾਰਡ ਸੀਗਾ, ਜਿਸ ਤਰ੍ਹਾਂ ਹੈਦਰਾਬਾਦ ਔਰ ਤ੍ਰੈਵਨਕੋਰ ਦਾ ਸੀਗਾ, ਕੋਚੀਨ ਦਾ, ਇਸ ਤਰ੍ਹਾਂ ਹੀ ਇਹਨਾਂ ਦਾ ਆਪਣਾ ਪੋਸਟ ਕਾਰਡ ਸੀ। ਇਹ ਪੜ੍ਹ ਸਕਦੇ ਹੋ ਤੁਸੀਂ, ਰਾਜੇ ਦੀ ਫੋਟੋ ਛਪੀ ਹੋਈ ਹੈ, ਉਹਦੀ ਰਿਆਸਤ ਦਾ ਆਪਣਾ ਨਾਮ ਲਿਖਿਆ ਹੋਇਆ ਹੈ, ਹੋਲਕਰ ਸਟੇਟ ਲਿਖਿਆ ਹੋਇਆ ਇਹਦੇ 'ਤੇ।
ਇਹ ਜਿਸ ਤਰ੍ਹਾਂ ਗਵਾਲੀਅਰ ਦਾ ਹੈ ਕਿ ਓਵਰ ਪ੍ਰਿੰਟ ਨੇ ਅੰਗਰੇਜ਼ਾਂ ਦੇ ਪੋਸਟ ਕਾਰਡ ਤੇ ਇਹਨਾਂ ਦੇ ਆਪਣੇ ਨੇ। ਸੋ ਕੁੱਲ ਮਿਲਾ ਕੇ ਪੰਜਾਬ ਦਾ ਜਿਹੜਾ ਦਬਦਬਾ ਹੈਗਾ, ਬਾਗੀ ਸੁਭਾਅ ਹੈਗਾ, ਉਹਦੇ ਤੋਂ ਪੁਰਾਣੇ ਅੰਗਰੇਜ਼ ਵੀ ਵਾਕਿਫ ਸੀ। ਬਿਲਕੁਲ ਬਿਲਕੁਲ ਜੀ, ਉਹ ਉਸ ਟਾਈਮ ਦਾ ਚੱਲਿਆ ਆ ਰਿਹਾ ਹੈ ਜੀ ਜੀ। ਤੇ ਫਿਰ ਹੁਣ ਤੁਹਾਨੂੰ ਇੱਕ ਹੋਰ ਬੜੀ ਵਿਲੱਖਣ ਜਿਹੜੀ ਜੈਪੁਰ ਪਿੰਕ ਸਿਟੀ ਦੇ ਨਾਲ ਜਿਹੜੀ ਜਾਣੇ ਜਾਂਦੇ ਅੱਜ ਕੱਲ੍ਹ ਸ਼ਹਿਰ ਹੈ, ਉਹਦਾ ਵੀ ਤੁਹਾਨੂੰ ਅਸੀਂ ਕਾਰਡ ਇੱਥੇ ਦਿਖਾਵਾਂਗੇ ਔਰ ਤਸਵੀਰਾਂ ਵਾਲੇ ਪੋਸਟਰ ਕਾਰਡ ਵੀ ਤੁਹਾਨੂੰ ਦਿਖਾਵਾਂਗੇ। ਮੈਨੂੰ ਲੱਗਦਾ ਕਿ ਅੱਜ ਤੱਕ ਸ਼ਾਇਦ ਹੀ ਕਿਸੇ ਨੇ ਦੇਖੇ ਹੋਣ। ਇਹ ਦੱਸੋ ਜੀ, ਜੈਪੁਰ ਸਟੇਟ ਦੇ ਵਿੱਚ ਜਿਹੜਾ ਕਾਫੀ ਵਿਲੱਖਣ ਅਲੱਗ-ਅਲੱਗ ਕਿਸਮ ਦੇ ਜਿਹੜੇ ਪੋਸਟਲ ਕਾਰਡ ਨੇ, ਰੰਗ ਵੀ ਡਿਫਰੈਂਟ ਜਿਹੜਾ ਇੱਕ ਦਾ ਹੈਗਾ। ਇਹ ਐਕਚੁਅਲੀ ਪਟਿਆਲਾ ਨੂੰ ਵੀ ਆਪਣੀ ਇਜਾਜ਼ਤ, ਜਿਸ ਤਰ੍ਹਾਂ ਮਤਲਬ ਇੰਦੌਰ ਸਟੇਟ ਨੂੰ ਮਿਲੀ ਸੀ, ਜੈਪੁਰ ਨੂੰ ਵੀ ਇਸ ਤਰ੍ਹਾਂ ਹੀ ਇਜਾਜ਼ਤ ਮਿਲੀ ਹੋਈ ਸੀ। ਜੈਪੁਰ ਨੇ ਵੀ ਆਪਣੇ ਪੋਸਟ ਕਾਰਡ ਛਪਾਏ ਨੇ, ਜੈਪੁਰ ਦੇ ਰਾਜਿਆਂ ਦੀਆਂ ਫੋਟੋਆਂ ਛਪੀਆਂ ਨੇ। ਅਲੱਗ-ਅਲੱਗ ਵੈਲਿਊ, ਕੀਮਤ ਟਾਈਮ ਦੇ ਨਾਲ ਵੱਧਦੀ ਗਈ ਹੈ। 1 ਪੈਸੇ ਤੋਂ ਸ਼ੁਰੂ ਹੋਇਆ, ਇੱਥੇ 1 ਆਨੇ ਤੱਕ ਪਹੁੰਚ ਗਿਆ, 1.25 ਆਨੇ ਤੱਕ ਪਹੁੰਚ ਗਿਆ। ਤੇ ਜੈਪੁਰ ਸਟੇਟ ਨੇ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਪੋਸਟ ਕਾਰਡ ਛਾਪੇ ਨੇ, ਅਲੱਗ-ਅਲੱਗ ਉਹਨਾਂ 'ਤੇ ਫੋਟੋਆਂ ਛਾਪੀਆਂ ਨੇ, ਇਸ ਕਰਕੇ ਮੇਰੀ ਕੋਸ਼ਿਸ਼ ਇਹੀ ਰਹੀ ਹੈ ਕਿ ਮੈਂ ਇਹਨਾਂ ਦੇ ਜੈਪੁਰ ਸਟੇਟ ਦੇ ਜਿੰਨੇ ਵੀ ਤਰ੍ਹਾਂ ਦੇ ਪੋਸਟ ਕਾਰਡ ਆਏ ਨੇ ਉਹ ਸਾਰੇ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਲਗਾਏ ਨੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ, ਦੇਖ ਸਕੇ ਕਿ ਜੈਪੁਰ ਰਿਆਸਤ ਨੇ ਕਿੰਨੇ ਪੋਸਟ ਕਾਰਡ ਕਿੰਨੇ ਤਰ੍ਹਾਂ ਦੇ ਕੱਢੇ ਨੇ। ਜੀ ਜੀ ਜੀ। ਸੋ ਇਸ ਤੋਂ ਬਾਅਦ ਜਿਹੜੇ ਤਸਵੀਰਾਂ ਵਾਲੇ ਪੋਸਟ ਕਾਰਡ ਵੀ ਅਸੀਂ ਤੁਹਾਨੂੰ ਇੱਥੇ ਦਿਖਾਵਾਂਗੇ। ਇਹਨਾਂ ਦੀ ਬੜੀ ਖਾਸੀਅਤ ਰਹੀ ਹੈ ਜੀ, ਤਸਵੀਰਾਂ ਵਾਲੇ ਪੋਸਟ ਕਾਰਡ ਵੀ ਤੁਸੀਂ ਇੱਥੇ ਰੱਖੇ ਹੋਏ ਨੇ। ਤਸਵੀਰਾਂ ਵਾਲੇ ਹੈ ਜੀ, ਉਸ ਟਾਈਮ ਦੇ ਜਿਹੜੇ ਵਪਾਰੀ ਸੀਗੇ ਨਾ, ਜਿਹੜੇ ਬਹੁਤ ਮਸ਼ਹੂਰ ਫਰਮਾਂ ਸੀਗੀਆਂ, ਉਹ ਫਰਮ ਦਾ ਨਾਮ ਤਾਂ ਮਸ਼ਹੂਰ ਸੀਗਾ ਹੀ, ਉਹ ਫਰਮ ਨੇ ਆਪਣੇ ਬਜ਼ੁਰਗ ਦੀ ਫੋਟੋ ਛਾਪਤੀ ਉਹਦੇ ਤੇ, ਉਹ ਛਾਪ ਕੇ ਉਹਨੇ ਤਾਂ ਕਿ ਪਹਿਚਾਨ ਰਹੇ। ਡੁਪਲੀਕੇਸੀ ਦਾ ਦੌਰ ਉਸ ਟਾਈਮ ਵੀ ਚੱਲਦਾ ਸੀਗਾ, ਫਰਮ ਦੇ ਨਾਮ ਤੇ ਨਾਮ ਲੋਕ ਰੱਖ ਲੈਂਦੇ ਸੀਗੇ, ਤਾਂ ਇਸ ਕਰਕੇ ਕਿ ਉਹ ਮਿਸ ਨਾ ਹੋ ਜਾਵੇ ਤੇ ਮਤਲਬ ਗਲਤ ਡੁਪਲੀਕੇਟ ਨਾ ਹੋ ਜਾਵੇ, ਇਸ ਕਰਕੇ ਉਹ ਨਾਲ ਫੋਟੋ ਛਾਪ ਦਿੰਦੇ ਸੀਗੇ। ਉਸ ਨੂੰ ਪਿਕਚਰ ਪੋਸਟ ਕਾਰਡ ਕਿਹਾ ਜਾਂਦਾ ਹੈ ਜੀ। ਪਿਕਚਰ ਪੋਸਟ ਕਾਰਡ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਦੌਰ 'ਚ ਹੀ ਆ ਗਿਆ ਸੀਗਾ, ਵਪਾਰੀ ਵਰਗ ਨੇ ਚਲਾਤਾ ਸੀਗਾ। ਇਹ ਤੁਸੀਂ ਇੱਥੇ ਦੇਖ ਸਕਦੇ ਹੋ, ਅਲੱਗ-ਅਲੱਗ ਪਿਕਚਰਾਂ ਵਾਲੇ ਪੋਸਟ ਕਾਰਡ, ਅਲੱਗ-ਅਲੱਗ ਪਿਕਚਰਾਂ। ਤੇ ਇਫਤਿਖਾਰ ਸਾਹਿਬ, ਤੁਸੀਂ ਇਹ ਬੜੀ ਵੱਡੀ ਕਲੈਕਸ਼ਨ ਲਈ ਬੈਠੇ ਹੋ। ਇਹ ਜਿਹੜੀਆਂ ਵਪਾਰੀ ਲੋਕ ਨੇ, ਇਹਨਾਂ ਦੀ ਦਾਦਿਆਂ ਦੀ ਪੜਦਾਦਿਆਂ ਦੀ, ਮੈਨੂੰ ਲੱਗਦਾ ਕਿ 7-7 8-8 ਪੀੜ੍ਹੀਆਂ, 10-10 ਪੀੜ੍ਹੀਆਂ ਦੇ ਕਰੀਬ ਨਿਕਲ ਗਈਆਂ ਨੇ। ਕਦੇ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਨਾਲ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੀ ਕੰਪਨੀ ਹੁਣ ਤਾਂ ਜਿਵੇਂ ਲਾਈਫ ਬॉय ਹੈਗਾ, ਉਹਦਾ ਪੋਸਟ ਕਾਰਡ ਦੇ ਉੱਤੇ ਐਡਵਰਟੀਜ਼ਮੈਂਟ ਆਈ ਹੋਈ ਹੈ, ਇਹਨਾਂ ਨਾਲ ਨਹੀਂ ਤੁਹਾਡੇ ਨੇ ਕਦੇ ਇਹਨਾਂ ਦਾ ਤੁਹਾਡੇ ਨਾਲ ਤੱਕ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਨਾਲ, ਕਿਉਂਕਿ ਜਾਣਨ ਦਾ, ਇਹਨਾਂ ਦਾ ਇਤਿਹਾਸ ਜਾਣਨ ਦਾ ਕਿ ਕਿੰਨੀਆਂ ਕੁ ਵੱਡੀਆਂ ਹੋ ਚੁੱਕੀਆਂ ਨੇ ਅੱਜ ਤੱਕ ਇਹ ਫਰਮਾਂ? ਨਹੀਂ, ਮੇਰੇ ਤੱਕ ਤਾਂ ਹਜੇ ਤੱਕ ਕੋਈ ਨਹੀਂ ਪਹੁੰਚਿਆ ਹੈ ਜੀ। ਤੇ ਹੋ ਸਕਦਾ ਇਹਨਾਂ 'ਚੋਂ ਕੁਝ ਫਰਮਾਂ ਹੋਣ ਬਹੁਤ ਵੱਡੀਆਂ ਹੋ ਗਈਆਂ ਹਨ, ਕੁਝ ਫਰਮਾਂ ਨਾ ਵੀ ਹੋਣ, ਕਿਉਂਕਿ ਉਹ ਤਾਂ ਅੰਗਰੇਜ਼ਾਂ ਦੇ ਦੌਰ ਦੀ ਗੱਲ ਹੈ। ਇਸ ਤੋਂ ਬਾਅਦ ਜਿਹੜੇ ਮੈਂ ਪੋਸਟ ਕਾਰਡ ਦਿਖਾਉਣ ਲੱਗਾ ਜੀ, ਉਹ ਵੀ ਵਪਾਰੀ ਵਰਗ ਦੇ ਹੀ ਨੇ ਜੀ। ਔਰ ਉਹ ਜਿਹੜੇ ਪੋਸਟ ਕਾਰਡ ਨੇ ਕਾਫੀ ਅਹਿਮੀਅਤ ਰੱਖਦੇ ਨੇ, ਇੰਪੋਰਟੈਂਸ ਰੱਖਦੇ ਨੇ, ਇਸ ਲਈ ਕਿ ਉਹ ਵਪਾਰੀਆਂ ਨੇ ਆਪਣੇ ਛਪਾਏ ਹੋਏ ਨੇ। ਜੀ ਜੀ ਜੀ। ਆਪਣੇ ਛਪਾ ਕੇ ਉਹਦੇ ਉੱਪਰ ਜਿਹੜੀ ਟਿਕਟਾਂ ਲੱਗ ਜਾਂਦੀਆਂ ਸੀਗੀਆਂ ਅੰਗਰੇਜ਼ਾਂ ਦੀਆਂ, ਉਹ ਉਹਨਾਂ ਨੇ ਆਪਣੀ ਫਰਮ ਦੇ ਨਾਮ ਤੇ ਛਪਾਏ ਹੋਏ ਨੇ। ਆਪਣੇ ਆਪਣੇ ਅਲੱਗ-ਅਲੱਗ ਧਰਮਾਂ ਨੂੰ ਜਿਹੜਾ ਜਿਸ ਨੂੰ ਮੰਨਦਾ, ਉਸ ਦੀਆਂ ਨਾਲ ਉਹਨਾਂ ਨੇ ਮੂਰਤੀਆਂ ਛਪਾਈਆਂ ਹੋਈਆਂ ਨੇ। ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਹੈ ਧਾਰਮਿਕ ਪੋਸਟ ਕਾਰਡ, ਉਹ ਫਰਮ ਦੇ ਨਾਮ ਦੇ ਨੇ, ਫਰਮ ਦਾ ਨਾਮ ਲਿਖਿਆ ਹੋਇਆ ਉੱਪਰ, ਬਾਕਾਇਦਾ ਇਕੱਲਾ ਪੋਸਟ ਕਾਰਡ ਦੇਖ ਸਕਦੇ ਹੋ। ਤੇ ਇਹ ਅਲੱਗ-ਅਲੱਗ ਰਿਆਸਤਾਂ ਦੇ ਨੇ, ਜੈਪੁਰ ਦੇ ਵੀ ਨੇ ਇਹਦੇ 'ਚ, ਗਵਾਲੀਅਰ ਦੇ ਵੀ ਨੇ ਇਹਦੇ 'ਚ, ਇੰਦੌਰ ਦੇ ਵੀ ਨੇ, ਮਤਲਬ ਅਲੱਗ-ਅਲੱਗ ਫੋਟੋਆਂ ਵਾਲੇ। ਇਸ ਨੂੰ ਧਾਰਮਿਕ ਪਿਕਚਰ ਪੋਸਟ ਕਾਰਡ ਕਿਹਾ ਜਾਂਦਾ। ਔਰ ਇਹ ਸਾਰੇ ਦੇ ਸਾਰੇ ਵਪਾਰੀਆਂ ਦੇ ਨੇ। ਔਰ ਇਹਨਾਂ ਦੇ ਵਿੱਚ ਹੀ ਮੈਂ ਤੁਹਾਨੂੰ ਦਿਖਾਉਣਾ ਹੈ ਇੱਕ ਪੋਸਟ ਕਾਰਡ ਜਿਹੜਾ ਮੈਂ ਅਫਗਾਨਿਸਤਾਨ ਦਾ ਕਹਿ ਰਿਹਾ ਸੀਗਾ ਜੀ। ਚਮਨ ਸ਼ਹਿਰ ਹੈ ਅਫਗਾਨਿਸਤਾਨ ਦਾ, ਇਹ ਉੱਥੇ ਦੇ ਇੱਕ ਵਪਾਰੀ ਦਾ ਦੂਜੇ ਵਪਾਰੀ ਨੂੰ ਲਿਖਿਆ ਹੋਇਆ ਲੈਟਰ ਹੈ ਇਹ। ਤੇ ਮਤਲਬ ਇਸ ਤਰੀਕੇ ਨਾਲ ਮੈਂ ਬਹੁਤ ਡੂੰਘਾਈ 'ਚ ਇਕੱਠਾ ਕਰਨ ਦੀ, ਬਹੁਤ ਖੋਜ ਕਰਕੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਸ ਵੇਲੇ ਚਮਨ ਤੱਕ ਜਿਹੜੇ ਵਪਾਰੀ ਬੈਠੇ ਸੀ ਸਾਡੇ, ਲਕਸ਼ਮਣ ਦਾਸ, ਗੋਪਾਲ ਦਾਸ ਨਾਮਕ ਇਹ ਹੈਗਾ ਜੀ, ਬੜਾ ਪੁਰਾਣਾ ਹੈ। ਤਾਂ ਫਿਰ 1946 ਤਾਂ? ਹਾਂਜੀ ਬਿਲਕੁਲ, ਇਸ ਤੋਂ ਪਹਿਲਾਂ ਦੇ ਵੀ ਹੈਗੇ ਜੀ, ਇਹਨਾਂ 'ਚ ਲੱਗੇ ਹੋਏ ਨੇ। ਤੇ ਗਵਾਲੀਅਰ ਦੀਆਂ ਕੁਝ ਫਰਮਾਂ ਦੇ ਨੇ ਜਿਹੜੇ 1930, 1925, 1922, ਉਹ ਸਾਰੇ ਲੱਗੇ ਹੋਏ ਨੇ ਇਹਦੇ 'ਚ। ਜੀ 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 ਜੀ। ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਹੁਣ ਜਿਹੜਾ ਟਾਈਮ, ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ, ਥੋੜਾ ਬਰੀਫਿੰਗ ਹੈ ਜਿਹੜੀ ਹੁਣ ਮਾਡਰਨ ਯੁੱਗ ਵੱਲ ਆ ਗਏ ਆਪਾਂ। ਇੱਥੇ ਆ ਕੇ ਜਿਹੜਾ ਉਹ ਹਿੰਦੁਸਤਾਨ ਹੈ ਆਜ਼ਾਦੀ ਵੱਲ ਹੋ ਜਾਂਦਾ, ਆਜ਼ਾਦ ਹੋ ਜਾਂਦਾ। ਅਤੇ ਆਜ਼ਾਦੀ ਤੋਂ ਬਾਅਦ ਜਿਹੜੇ ਪੋਸਟਲ ਕਾਰਡ ਨੇ ਉਹ ਵੀ ਬੜੇ ਅਨੋਖੇ ਔਰ ਦਿਲਚਸਪ ਨੇ। ਆਜ਼ਾਦੀ 1947 ਦੇ ਵਿੱਚ ਜਦੋਂ ਇੰਡੀਆ ਪਾਕਿਸਤਾਨ ਬਣ ਗਏ ਅਲੱਗ-ਅਲੱਗ, ਤਾਂ ਇੰਡੀਆ ਦਾ ਜਿਹੜਾ ਪਹਿਲਾ ਪੋਸਟ ਕਾਰਡ ਆਇਆ, ਉਸ ਦੀ ਜਿਹੜੀ ਕੀਮਤ ਰੱਖੀ ਗਈ ਸੀ 6 ਪੈਸੇ, ਯਾਨੀ ਕਿ ਉਸ ਟਾਈਮ ਜਿਹੜਾ ਸੀਗਾ 1 ਆਨਾ ਰੱਖੀ ਗਈ ਸੀਗੀ।
ਉਹ ਤੋਂ ਸ਼ੁਰੂ ਹੋਈ ਅੱਜ ਦੇਖ ਲਓ ਤੁਸੀਂ 50 ਪੈਸੇ 1 ਰੁਪਈਏ ਤੱਕ ਪਹੁੰਚ ਗਈ ਹੈ। ਔਰ ਅਲੱਗ-ਅਲੱਗ ਫੋਟੋਆਂ ਛਪੀਆਂ ਹੋਈਆਂ, ਉਹ ਸਾਰੇ ਪੋਸਟ ਕਾਰਡ A to Z ਜਿੰਨੇ ਵੀ ਆਪਣੇ ਇੰਡੀਆ ਦੇ ਆਏ ਨੇ ਉਸ ਤੋਂ ਬਾਅਦ ਉਹ ਸਾਰੇ ਦੇ ਸਾਰੇ ਇੱਥੇ ਲਾਏ ਨੇ, ਅਲੱਗ-ਅਲੱਗ ਕੀਮਤਾਂ ਦੇ ਲਾਏ ਨੇ। ਉਹ ਸਾਰੇ ਪੋਸਟ ਕਾਰਡ ਇੱਥੇ ਪ੍ਰਦਰਸ਼ਿਤ ਕੀਤੇ ਨੇ। ਸੋ ਤਸਵੀਰਾਂ ਨੇ ਜੀ ਇਹ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਉਹ ਪੋਸਟ ਕਾਰਡ ਨੇ, ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਅੱਜ ਤੱਕ ਸ਼ਾਇਦ ਹੀ ਤੁਸੀਂ ਕਿਸੇ ਪਾਸੇ ਦੇਖੀਆਂ ਹੋਣ। ਇਹ ਨਜ਼ਾਰੇ ਨੇ ਜਿਹੜੇ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ, ਲਾਈਵ ਨਜ਼ਾਰੇ ਦਿਖਾ ਰਹੇ ਹਾਂ। ਸੋ ਕੁੱਲ ਮਿਲਾ ਕੇ ਅਸੀਂ ਜਿਹੜੀ ਤੁਹਾਨੂੰ 120 ਸਾਲ ਦੇ ਜਿਹੜੇ ਇਤਿਹਾਸ ਦੀ ਇੱਕ ਝਲਕ ਹੈਗੀ ਹੈ ਜਿਹੜੀ ਉਹ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਥੇ। ਉਹ ਝਲਕ ਜਿਹੜੀ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਦੇਖਿਆ ਜਾਵੇ। 142 ਸਾਲ ਪੁਰਾਣਾ ਇਤਿਹਾਸ ਹੈ ਜਿਹੜਾ ਉਹ ਪੋਸਟ ਕਾਰਡਾਂ ਦੇ ਜ਼ਰੀਏ ਅਸੀਂ ਜਿਹੜਾ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਫਤਿਖਾਰ ਸਾਹਿਬ, ਜਿਹੜੀ ਇਸ ਤਰੀਕੇ ਨਾਲ ਜਦੋਂ ਆਜ਼ਾਦੀ ਤੋਂ ਬਾਅਦ ਦਾ ਦੌਰ ਚੱਲਿਆ ਤਾਂ ਫੋਟੋਆਂ ਵਾਲੇ ਵੀ ਆਏ, ਵੱਖ-ਵੱਖ ਜਿਹੜੇ ਪੋਸਟਲ ਕਾਰਡ ਇੱਥੇ ਆਏ। ਸੋ ਤਸਵੀਰਾਂ ਨੇ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਉਸ ਤੋਂ ਆਜ਼ਾਦੀ ਤੋਂ ਬਾਅਦ ਦੀਆਂ ਜਿਹੜੀਆਂ ਪੋਸਟਲ ਕਾਰਡ ਆਏ ਚੱਲੇ ਉਹ ਵੀ ਤੁਹਾਨੂੰ ਅਸੀਂ ਦਿਖਾਏ ਨੇ। ਇੱਥੇ ਬਹੁਤ ਸਾਰੇ ਪੋਸਟਲ ਕਾਰਡ ਨੇ ਜਿਹੜੇ ਉਹ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਸਵੀਰਾਂ ਨੇ ਇਸ ਵੇਲੇ ਜਿਹੜੀਆਂ ਤੁਸੀਂ ਲਾਈਵ ਦਿਖ ਰਹੇ ਹੋ, ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਉਹ ਤਸਵੀਰਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਲਈ ਬਹੁਤ ਲਾਹੇਵੰਦ ਨੇ, ਸਾਡੇ ਬਜ਼ੁਰਗਾਂ ਲਈ ਬਹੁਤ ਲਾਹੇਵੰਦ ਨੇ, ਔਰ ਸਾਡੇ ਨੌਜਵਾਨ ਪੀੜ੍ਹੀ ਲਈ ਕਿ ਕਿਸ ਤਰੀਕੇ ਨਾਲ ਅਸੀਂ ਡਿਵੈਲਪ ਹੁੰਦੇ ਅੱਜ ਦੇ ਅਜੋਕੇ ਕਮਿਊਨੀਕੇਸ਼ਨ ਦੇ, ਡਿਜੀਟਲ ਕਮਿਊਨੀਕੇਸ਼ਨ ਦੇ ਦੌਰ ਦੇ ਵਿੱਚ ਆਏ। ਸੋ ਇਹ ਬੜਾ ਇੰਪੋਰਟੈਂਟ ਚੀਜ਼ ਹੈ ਜੀ। ਐਡਵਰਟੀਜ਼ਮੈਂਟ ਉਸ ਵੇਲੇ ਸ਼ੁਰੂਆਤ ਹੋ ਗਈ ਸੀ ਪੋਸਟਲ ਕਾਰਡਾਂ ਦੇ ਉੱਤੇ। ਇਹ 1970 ਦੇ ਲਗਭਗ ਜਿਹੜਾ ਦਹਾਕਾ ਸੀਗਾ, 1971 ਦੀ ਜੰਗ ਤੋਂ ਬਾਅਦ ਸਰਕਾਰ ਨੇ ਫਿਰ ਇੱਕ ਪਾਲਿਸੀ ਕੱਢੀ। ਉਸ ਪਾਲਿਸੀ ਦੇ ਤਹਿਤ ਜਿਹੜੇ ਹੈ ਐਡਵਰਟਾਈਜ਼ਮੈਂਟ ਵਾਲੇ ਪੋਸਟ ਕਾਰਡ ਆਏ। ਤਾਂ ਉਸ ਦਾ ਇਹ ਸੀਗਾ ਕਿ ਉਹ ਕੰਪਨੀ ਦੀ ਜਿਸ ਦੀ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਉਹ ਕੰਪਨੀ ਤੋਂ ਪੈਸੇ ਲੈ ਲਿੱਤੇ ਜਾਂਦੇ ਸੀ ਐਡ ਕਰਨ ਦੇ, ਔਰ ਉਹਦੇ ਪੋਸਟ ਕਾਰਡ ਛਪਾਏ ਜਾਂਦੇ ਸੀ, ਔਰ ਉਸ ਦੀ ਜਿਹੜੀ ਸੇਲ ਹੁੰਦੀ ਸੀਗੀ ਪੋਸਟ ਕਾਰਡਾਂ ਦੀ। ਸੋ ਇਫਤਿਖਾਰ ਸਾਹਿਬ, ਜਿਹੜਾ ਇੰਡੀਪੈਂਡੈਂਸ ਤੋਂ ਬਾਅਦ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਟ੍ਰੈਂਡ ਚੱਲੇ, ਇੱਥੋਂ ਤੱਕ ਕਿ ਪੋਸਟਲ ਕਾਰਡਾਂ ਦੇ ਉੱਤੇ ਐਡਵਰਟੀਜ਼ਮੈਂਟ ਵੀ ਹੋਣ ਲੱਗੀ। ਜਿਸ ਤਰੀਕੇ ਨਾਲ ਦੇਖ ਸਕਦੇ ਕਿ ਲਾਈਫ ਬॉय ਜਿਹੜੀ ਸਾਬਣ ਹੈਗੀ ਹੈ ਉਹਦੀ ਐਡ ਹੈ। ਇੱਕ ਕੱਲੀ ਲਾਈਫ ਬॉय ਨਹੀਂ ਜੀ, ਹੋਰ ਐਡ ਬਹੁਤ ਹੈਗੀਆਂ। ਇਹ ਸਾਰੇ ਮੈਨੇ ਐਡ ਵਾਲੇ ਲਾਏ ਨੇ। ਇਹ ਡਿਫਰੈਂਟ ਕੰਪਨੀਆਂ ਦੀ ਐਡ ਦੇ ਹੀ ਪੋਸਟ ਕਾਰਡ ਨੇ ਜੀ। ਇਹ ਸਨ 1970 ਤੋਂ ਬਾਅਦ ਦਾ ਦਹਾਕਾ ਜਿਹੜਾ ਆਇਆ ਨਾ, ਉਹਦੇ ਵਿੱਚ ਇਹ ਸਰਕਾਰ ਦੀ ਇੱਕ ਪਾਲਿਸੀ ਸੀਗੀ ਕਿ ਜਿਹੜੇ ਪੋਸਟ ਕਾਰਡ ਨੇ ਇਹਨਾਂ ਦੇ ਨਾਲ ਐਡ ਛਾਪੀ ਜਾਵੇ। ਉਹਦੇ ਨਾਲ ਕੀ ਹੈ ਕਿ ਪੋਸਟ ਕਾਰਡ ਜਿਹੜਾ ਹੈ ਉਹ ਫ੍ਰੀ 'ਚ ਛਪ ਜਾਊਗਾ। ਐਡ ਜਿਹੜੀ ਹੈ ਉਹ ਕੰਪਨੀ ਤੋਂ ਪੈਸੇ ਲੈ ਲਿੱਤੇ ਜਾਣਗੇ, ਫ੍ਰੀ ਪੋਸਟ ਕਾਰਡ ਛਪ ਜਾਊਗਾ। ਉਹਦੀ ਵਿਕਰੀ ਦੇ ਜਿਹੜੇ ਪੈਸੇ ਹੋਣਗੇ ਉਹ ਸਰਕਾਰ ਕੋਲੇ ਆ ਜਾਣਗੇ। ਤੇ ਇਹ ਸੋਚ ਕੇ ਉਹਨਾਂ ਨੇ ਐਡ ਵਾਲੇ ਪੋਸਟ ਕਾਰਡ, ਔਰ ਇਹਨਾਂ ਪੋਸਟ ਕਾਰਡਾਂ 'ਤੇ ਬਾਕਾਇਦਾ ਤੁਸੀਂ ਦੇਖ ਸਕਦੇ ਹੋ ਸਾਰਿਆਂ 'ਤੇ ਅਲੱਗ-ਅਲੱਗ ਕੰਪਨੀਆਂ ਦੀ ਐਡ ਛਪੀ ਹੋਈ ਹੈ ਇਹਨਾਂ ਦੇ। ਤੇ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਦੌਰ ਆਇਆ ਜੀ, ਉਹ ਆਇਆ ਮੇਘਦੂਤ ਪੋਸਟ ਕਾਰਡ ਨਿਕਲੇ ਜੀ। ਮੇਘਦੂਤ ਪੋਸਟ ਕਾਰਡ ਦਾ ਜਿਹੜਾ ਹੈ ਉਹ ਉਹਨਾਂ 'ਤੇ ਜਿਹੜੇ ਸਰਕਾਰੀ ਸਲੋਗਨ ਚੱਲਦੇ ਨੇ, ਜਿਹੜੇ ਕੰਮ ਸਰਕਾਰ ਪ੍ਰਚਾਰ ਕਰਨਾ ਚਾਹੁੰਦੀ ਹੈ, ਲੋਕਾਂ ਨੂੰ ਦੱਸਣਾ ਚਾਹੁੰਦੀ ਹੈ, ਉਹ ਅਗਰ ਹੋਰ ਸਾਧਨਾਂ ਨਾਲ ਵੀ ਜਿਹੜੇ ਸਰਕਾਰ ਪਹੁੰਚਾਉਂਦੀ ਹੈ, ਕਿਤੇ ਦੀਵਾਰਾਂ 'ਤੇ ਲਿਖ ਕੇ, ਬੋਰਡ ਲਾ ਕੇ, ਇਹ ਇੱਕ ਸੌਖਾ ਸੀਗਾ ਵੀ ਪੋਸਟ ਕਾਰਡ ਦੇ ਉੱਪਰ ਹੀ ਛਾਪ ਦਿੱਤਾ ਜਾਵੇ ਉਹ ਸਲੋਗਨ। ਜਿਹੜੀ ਸਕੀਮ ਸਰਕਾਰ ਨੂੰ ਦੇਣੀ ਹੈ ਲੋਕਾਂ ਨੂੰ, ਉਹ ਇਹਦੇ 'ਤੇ ਦੇ ਦਿੱਤੀ। ਸੋ ਇਹ ਸਨ ਸ਼ੇਖ ਇਫਤਿਖਾਰ ਹੁਸੈਨ, ਜਿਨ੍ਹਾਂ ਨੇ ਇੱਕ ਚੱਕਰ ਦੇ ਵਿੱਚ 142 ਸਾਲ ਦਾ ਜਿਹੜਾ ਇਤਿਹਾਸ ਹੈ ਫਿਲਮ ਵਾਂਗੂ ਤੁਹਾਡੇ ਸਾਹਮਣੇ ਰੱਖ ਦਿੱਤਾ, ਔਰ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਕਮਿਊਨੀਕੇਸ਼ਨ ਦਾ ਦੌਰ ਹੈ ਅੱਜ ਦੇ ਦੌਰ ਤੱਕ ਪਹੁੰਚਿਆ। ਪੋਸਟਲ ਕਾਰਡ ਤੋਂ ਲੈ ਕੇ ਅਜੋਕੇ ਡਿਜੀਟਲ ਇੰਡੀਆ ਤੱਕ ਦਾ ਜਿਹੜਾ ਉਹਨਾਂ ਨੇ ਇਤਿਹਾਸ ਦੁਹਰਾਇਆ, ਔਰ ਇੱਕ ਤਰ੍ਹਾਂ ਨਾਲ ਉਹਨਾਂ ਨੇ ਸੁਰਜਿਤ ਕੀਤਾ, ਉਹ ਗੱਲਾਂ ਸੁਰਜਿਤ ਕੀਤੀਆਂ ਜਿਹੜੀਆਂ ਇਤਿਹਾਸ ਦੇ ਝਰੋਖੇ ਦੇ ਵਿੱਚ ਕਿਤੇ ਨਾ ਕਿਤੇ ਪਈਆਂ ਸੀ। ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਇਸੇ ਤਰੀਕੇ ਨਾਲ ਇਸੇ ਤਰ੍ਹਾਂ ਦੀ ਜਿਹੜੀਆਂ ਵੀਡੀਓਜ਼ ਨੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੇਖ ਇਫਤਿਖਾਰ ਹੋਣਾ ਦੀ ਜਿਹੜੀ ਕਲੈਕਸ਼ਨ ਹੈਗੀ, ਇਤਿਹਾਸਿਕ ਚੀਜ਼ਾਂ ਹੈਗੀਆਂ ਨੇ, ਉਹ ਤੁਹਾਨੂੰ ਦਿਖਾਈਏ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਮਲੇਰਕੋਟਲਾ।